सो कहो टल गुर सेवियै, अहनिस सहज सुभाए। दर्शन परसियै गुरु कै, जन्म मरण दुख जाए। होवै सिवत खसानंदी, नूर अरसों कुरसों चट्टियै। तुद डिठे सच्चे पातशाह, मल जन्म जन्म दी कट्टी। सज्जन सच्चा पातशाह, सिर शाह दे शाह। जिस पास बैठिया सोहीए, सबना दा वेसा। वाहिगुरु जी बसंत महला पहला एक तुकिया। मत भस्म अंधले गर्भ जाहे, इन बेदनांगे जोग नाहि। मत भस्म अंधले गर्भ जाहे, इन बेदनांगे जोग नाहि। मूढ़े काहे बिसारियो तै राम नाम, अंत काल तेरे आवे काम। रहाओ गुर पूछ तुम करो विचार, जय देखो तै सारंग पां। क्या हूँ आखां जां कछ नाहे, जात पत सब तेरे नाए। काहे माल गर्भ देख गर्भ जाहे, चलती बार तेरो कछु नाहे। पंच बार चित रखो थाए, जोग जुगत के यह पाए। हौमे पैखड़ तेरे मने माहे, हर ना चेतै मूढ़े मुक्त जाहे। मत हर विसरिए जम वस पाहे, अंत काल मूढ़े चोट खाहे। गुर शब्द विचारे आप जाए, साच जोग मन वसै आए। जिन जियो पिंड दिता तिस चेतै नाहे, मड़ी मसाणी मूढ़े जोग नाहे। गुण नानक बोले भली बाण, तुम हो सुजाखे लिहो पछाण। गुण नानक बोले भली बाण, तुम हो सुजाखे लिहो पछाण। वाहिगुरु जी का खालसा, वाहिगुरु जी की फतेह। गरीब नवाज सतगुरु जी सर्व सुखां दे दाते, चवर छत्र तख्त दे मालक, जुगो जुग अटल। धन श्री गुरु ग्रंथ साहिब जी की पावन पवित्र हजूरी विच सुभाएमान परम सत्कार जो गुरु रूप खालसा साध संगत जीओ। वाहिगुरु जी की बख्शिश सदका अमृत वेले गुरु के दर्शन दीदार करन दा सुभाग प्राप्त होया है। गुरु के कीर्तनियां ने बड़े प्यार नाल गुरबाणी दा कीर्तन आप जी नूं सरवण कराया। धन श्री गुरु ग्रंथ साहिब जी की पवित्र बाणी की विचार जो हर रोज आप जी सरवण करते हो, उसके नाल संबंधित गुरु के एक पावन अमोल वचन बसंत राग विचों आप जी सरवण कर रहे सी। अज दा ये पावन मुख वाक धन गुरु नानक साहिब जी महाराज का बख्शिश किया होया है। सतगुरु जी ने
ਵਾਹਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਇਹ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ ਮਨੁੱਖ ਜੋ ਅਗਿਆਨਤਾ 'ਚ ਵਿਚਰ ਰਿਹਾ ਹੈ, ਜਿਵੇਂ ਆਪਣੀ ਜ਼ਿੰਦਗੀ ਨੂੰ ਅਕਾਰਥ ਗਵਾ ਰਿਹਾ ਹੈ, ਉਸ ਨੂੰ ਝੰਜੋੜਦਿਆਂ ਹੋਇਆਂ ਵਾਹਿਗੁਰੂ ਜੀ ਨੂੰ ਮਿਲਣ ਦੀ ਜੁਗਤ ਦਰਸਾਈ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ ਕਿ ਜ਼ਿੰਦਗੀ ਇੱਕ ਉਹ ਮਾਰਗ ਹੈ ਜਿਹਦੇ ਤੇ ਮੋਤੀ ਖਿਲਰੇ ਪਏ ਨੇ, ਮੋਤੀ। ਪਰ ਕਰਨੀ ਰੱਬ ਦੀ ਕਹਿ ਲੋ ਜਾਂ ਇਵੇਂ ਕਹਿ ਲੋ ਸਾਡੇ ਅਭਾਗ ਨੇ ਕਿ ਅਸੀਂ ਇਸ ਜ਼ਿੰਦਗੀ ਦੇ ਮਾਰਗ ਤੇ ਅੰਨੇ ਆ ਗਏ ਤੇ ਉਹਨਾਂ ਮੋਤੀਆਂ ਨੂੰ ਪੈਰਾਂ ਹੇਠ ਅਸੀਂ ਦਬਾਉਣਾ ਸ਼ੁਰੂ ਕਰ ਦਿੱਤਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਇਹ ਜੋ ਮੋਤੀ ਨੇ, ਇਹਨਾਂ ਦੀ ਸੋਝੀ ਮਨੁੱਖ ਨੂੰ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ, ਰੱਬੀ ਜੋਤ ਤੋਂ ਬਿਨਾਂ ਨਹੀਂ ਹੋ ਸਕਦੀ। ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਜ਼ਿੰਦਗੀ ਇੱਕ ਮਹਾਨ ਉੱਤਮ ਦਾਤ ਹੈ ਪ੍ਰਮਾਤਮਾ ਨੂੰ ਬਖਸ਼ਿਸ਼ ਕੀਤੀ ਹੋਈ। ਪ੍ਰਮਾਤਮਾ ਨੇ ਜਿਉਂਦੇ ਰਹਿਣ ਲਈ ਸਾਨੂੰ ਧਰਤੀ ਦਿੱਤੀ ਹੈ, ਖਾਣ ਪੀਣ ਪਹਿਨਣ ਦੇ ਬੇਅੰਤ ਪਦਾਰਥ ਦਿੱਤੇ ਨੇ ਕਿ ਮਨੁੱਖ ਨੂੰ ਇਸ ਧਰਤੀ ਤੇ ਕੋਈ ਦਿੱਕਤ ਨਾ ਆਏ। ਮਨੁੱਖ ਉਦਮ ਕਰੇ, ਜੋ ਮਰਜ਼ੀ ਪ੍ਰਾਪਤ ਕਰ ਲੈ। ਦੇਖੋ, ਮਨੁੱਖ ਉਦਮ ਕਰਦਾ ਹੈ, ਧਰਤੀ ਦੇ ਵਿੱਚੋਂ ਅੰਨ ਪੈਦਾ ਹੋ ਜਾਂਦਾ ਹੈ। ਮਨੁੱਖ ਉਦਮ ਕਰਦਾ ਹੈ, ਉਹਨੇ ਧਰਤੀ ਚੋਂ ਸੋਨਾ ਲੱਭ ਲਿਆ, ਧਰਤੀ ਦੇ ਵਿੱਚੋਂ ਉਸਨੇ ਤੇਲ ਲੱਭ ਲਿਆ, ਧਰਤੀ ਚੋਂ ਬੜੀਆਂ ਕੀਮਤੀ ਚੀਜ਼ਾਂ ਲੱਭ ਲਈਆਂ। ਇਹ ਉਦਮ ਕਰਕੇ ਲੱਭੀਆਂ ਨੇ। ਜਿਵੇਂ ਮਨੁੱਖ ਨੇ ਬਾਹਰੀ ਤੌਰ ਤੇ ਉਦਮ ਕੀਤਾ ਹੈ, ਬਹੁਤ ਮਹਾਨ ਚੀਜ਼ਾਂ ਪ੍ਰਾਪਤ ਕਰ ਲਈਆਂ, ਮਨੁੱਖ ਕਿਤੇ ਆਪਣੇ ਅੰਦਰ ਵੀ ਉਦਮ ਕਰਨਾ ਸ਼ੁਰੂ ਕਰ ਦੇਵੇ, ਅੰਦਰੋਂ ਇਹਨੂੰ ਉਹ ਖਜ਼ਾਨਾ ਮਿਲੇਗਾ ਜੋ ਖਜ਼ਾਨਾ ਇਸ ਨੂੰ ਸਦੀਵੀ ਤੌਰ ਤੇ ਮਹਾਨ ਬਣਾ ਦੇਵੇਗਾ, ਜਿਹੜਾ ਕਦੀ ਮੁੱਕੇਗਾ ਨਹੀਂ, ਜਿਹੜਾ ਅਖੁੱਟ ਹੋਏਗਾ। ਗੁਰੂ ਬਾਬਾ ਜੀ ਅੱਜ ਦੇ ਮੁੱਖ ਵਾਕ ਵਿੱਚ ਕਹਿ ਰਹੇ ਨੇ ਕਿ ਇਹ ਮਨੁੱਖ ਜਿਹੜਾ ਹੈ ਨਾ, ਮੂਰਖ ਹੈ, ਇਹ ਅੰਨਾ ਹੈ, ਇਹਨੂੰ ਪਤਾ ਹੀ ਨਹੀਂ ਕਿ ਜ਼ਿੰਦਗੀ ਦੀ ਮਹਾਨਤਾ ਕੀ ਹੈ। ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਅੰਨੇ ਦੀ ਗੱਲ ਕਰਦਿਆਂ ਇੱਕ ਥਾਂ ਤੇ ਬਚਨ ਕਹੇ ਨੇ, ਅੰਧਾ ਹੋਏ ਸੋ ਆਖੀਏ, ਅੰਧਾ ਮਾਰਗ ਦਸੀਏ ਸੋ ਅੰਧਾ ਪਾਵੈ, ਹੋਏ ਸੁਜਾਖਾ ਨਾਨਕਾ ਸੋ ਕਿਉ ਉਜੜ ਜਾਏ। ਅੰਧੇ ਕਹਿ ਦਸੀਏ ਸੋ ਅੰਧਾ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਏ। ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਹੀ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ। ਸਤਿਗੁਰੂ ਜੀ ਕਹਿੰਦੇ ਕਿ ਇੱਕ ਬੰਦਾ ਜਿਹਨੂੰ ਨੇਤਰਾਂ ਤੋਂ ਨਜ਼ਰ ਨਹੀਂ ਆਉਂਦਾ, ਉਹ ਰਸਤਾ ਦੱਸ ਰਿਹਾ। ਜਿਹਨੂੰ ਆਪ ਨਜ਼ਰ ਨਹੀਂ ਆਉਂਦਾ, ਉਹ ਰਸਤਾ ਦੱਸ ਰਿਹਾ, ਤੇ ਜਿਹੜਾ ਉਹਦੇ ਦੱਸੇ ਤੇ ਤੁਰ ਰਿਹਾ ਸਮਝੋ ਕਿ ਉਹ ਵੀ ਅੰਨਾ ਹੈ, ਕਿਉਂਕਿ ਜਿਹੜਾ ਦੱਸ ਰਿਹਾ ਉਹਨੂੰ ਤੇ ਪਤਾ ਨਹੀਂ ਹੈ, ਲੇਕਿਨ ਜਿਹੜਾ ਉੱਤੇ ਤੁਰਨ ਲੱਗ ਪਿਆ ਉਹਨੂੰ ਵੀ ਨਜ਼ਰ ਨਹੀਂ ਆਉਂਦਾ, ਉਹ ਵੀ ਅੰਨਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਕਿਤੇ ਬੰਦਾ ਸੁਜਾਖਾ ਹੋਏ ਤੇ ਅੰਨੇ ਦੇ ਕਹਿਣ ਤੇ ਟੋਏ 'ਚ ਥੋੜ੍ਹਾ ਡਿੱਗਦਾ। ਜੇ ਸੁਜਾਖਾ ਹੋਏ ਬੰਦਾ ਅੰਨੇ ਦੇ ਕਹਿਣ ਤੇ ਮਾਰਗ ਤੋਂ ਉਜੜ ਮਾਰਗ ਤੇ ਤਾਂ ਨਾ ਜਾਂਦਾ। ਸਤਿਗੁਰੂ ਜੀ ਨੇ ਬੰਦੇ ਕਿ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੀ। ਅੰਨੇ ਉਹ ਨਹੀਂ ਹੈ ਕਿ ਜਿਨ੍ਹਾਂ ਕੋਲ ਬਾਹਰਲੇ ਨੇਤਰ ਨਹੀਂ। ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਏ। ਬਹੁਤ ਥੋੜੇ ਉਹ ਲੋਕ ਨੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਬਾਹਰਲੇ ਨੇਤਰਾਂ ਦੀ ਦਾਤ ਤੋਂ ਵਾਂਝੇ ਰੱਖੇ। ਘੱਟ ਨੇ ਸਮੁੱਚੀ ਮਨੁੱਖ ਜਾਤੀ ਜਦੋਂ ਅਸੀਂ ਦੇਖਦੇ ਹਾਂ, ਬਹੁਤਿਆਂ ਕੋਲ ਅੱਖਾਂ ਨੇ, ਪਰ ਇਹ ਗੱਲ ਚੇਤੇ ਰੱਖਣਾ ਕਿ ਇਹ ਜਿਨ੍ਹਾਂ ਕੋਲ ਅੱਖਾਂ ਨੇ ਇਹਨਾਂ 'ਚ ਅੰਨੇ ਬਹੁਤੇ ਜ਼ਿਆਦਾ ਨੇ। ਇਹਨਾਂ 'ਚ ਸੁਜਾਖਾ ਕੋ ਵਿਰਲਾ ਹੈ, ਇਹਨਾਂ 'ਚ ਅੰਨੇ ਬਹੁਤੇ ਜ਼ਿਆਦਾ ਨੇ। ਜਿਨ੍ਹਾਂ ਕੋਲ ਬਾਹਰਲੇ ਨੇਤਰ ਨਹੀਂ ਉਹਨਾਂ ਕੋਲ ਤੇ ਸਗੋਂ ਗਿਆਨ ਬਹੁਤ ਹੈ, ਸੋਝੀ ਬਹੁਤ ਹੈ, ਅਨੁਭਵ ਬਹੁਤ ਹੈ। ਲੇਕਿਨ ਜਿਨ੍ਹਾਂ ਕੋਲ ਬਾਹਰਲੇ ਨੇਤਰ ਹਨ, ਮੂਰਖਤਾ ਭਰੇ ਕਰਮੋਂ ਕਰਦੇ ਦੇਖੇ ਨੇ। ਆਪਾਂ ਦੇਖਦੇ ਅੱਖਾਂ ਹੈਗੀਆਂ ਨੇ, ਲਿਖਿਆ ਹੋਇਆ ਕਿ ਸਿਹਤ ਲਈ ਪੀਣੀ ਹਾਨੀਕਾਰਕ ਹੈ, ਬੰਦਾ ਪੀ ਜਾ ਰਿਹਾ, ਉਹਨੂੰ ਤੁਸੀਂ ਸੁਜਾਖਾ ਕਹੋਗੇ ਉਹ ਤੇ ਅੰਨਾ ਹੈ, ਕਿਉਂਕਿ ਉਹਨੇ ਪੜ ਕੇ ਫਿਰ ਵੀ ਵਿਚਾਰੇ ਨਹੀਂ। ਅੰਨਾ ਉਹਨੂੰ ਕਿਹਾ ਸਤਿਗੁਰੂ ਜੀ ਨੇ, ਜਿਹੜਾ ਦੇਖਦਿਆਂ ਹੋਇਆਂ ਵੀ ਹਾਥ ਦੀਪ ਕੂਏ ਪਰੇ, ਹੱਥ ਵਿੱਚ ਦੀਵਾ ਹੈ। ਅੱਜ ਮਨੁੱਖ ਕਹਿੰਦਾ ਕਿ ਬਹੁਤ ਡਿਗਰੀਆਂ, ਬੜਾ ਮੈਂ ਐਜੂਕੇਟ ਹੋ ਗਿਆ, ਮੈਂ ਬੜੀ ਬਾਹਰਲੀ ਦੁਨਿਆਵੀ ਵਿੱਦਿਆ ਲੈ ਲਈ ਹੈ, ਪਰ ਮਨੁੱਖੀ ਸਮਾਜ ਤਾਂ ਆਏ ਦਿਨ ਨਿਖਰਦਾ ਜਾ ਰਿਹਾ ਹੈ, ਗਿਰਾਵਟ ਵੱਲ ਜਾ ਰਿਹਾ ਹੈ। ਇਹਦਾ ਮਤਲਬ ਕਿ ਮਨੁੱਖ ਅੰਨੇ ਨੇ,
ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਸਾਡੇ ਮੁਲਕ ਤਬਾਹ ਹੋ ਰਿਹਾ ਹੈ, ਸਾਡਾ ਸਮਾਜ ਤਬਾਹ ਹੋ ਰਿਹਾ ਹੈ। ਫਿਰ ਕਹਿ ਰਹੇ ਅਸੀਂ ਬੜੇ ਸਿਆਣੇ, ਅਸੀਂ 21ਵੀਂ ਸਦੀ 'ਚ ਪਹੁੰਚ ਕੇ ਬੜੀ ਤਰੱਕੀ ਕਰ ਲਈ ਹੈ। ਅੰਨੇ ਕੌਣ ਨੇ? ਸਤਿਗੁਰੂ ਸਾਹਿਬ ਜੀ ਨੇ ਬਚਨ ਕੇ ਅੰਧੇ ਕੌਣ ਨੇ? ਸਤਿਗੁਰੂ ਸਾਹਿਬ ਜੀ ਨੇ ਇੱਕ ਥਾਂ ਦੇ ਬਚਨ ਕੇ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ। ਜਿਸ ਮਨੁੱਖ ਦੇ ਅੰਦਰ ਰਾਜ ਦਾ ਹੰਕਾਰ ਹੈ ਨਾ, ਉਹ ਨਰਕਾਂ ਦਾ ਵਾਸੀ ਤੇ ਨਰਕਾਂ ਦਾ ਕੁੱਤਾ ਹੈ। ਕਿੰਨੇ ਸਤਿਗੁਰੂ ਜੀ ਦੇ ਇਨਕਲਾਬੀ ਬਚਨ ਨੇ। ਹੋ ਸਕਦਾ ਜੇ ਮੈਂ ਕਹਾਂ ਤੇ ਅੱਜ ਪੋਲੀਟੀਸ਼ੀਅਨ ਕੇਸ ਹੀ ਕਰ ਦੇਣ ਕਿ ਸਾਡੀ ਮਾਂ ਹੱਤਕ ਕੀਤੀ ਹੈ, ਪਰ ਸਤਿਗੁਰੂ ਜੀ ਕਹਿੰਦੇ ਜਿਸ ਕੇ ਅੰਦਰ ਰਾਜ ਅਮਾਨ ਸੋ ਹੋਤ ਨਰਕ ਪਾਤੀ ਸੁਆਨ। ਜੋ ਜਾਣੇ ਮੈਂ ਜੋਬਨਵੰਤ, ਜਿਹਦੇ ਅੰਦਰ ਰਾਜ ਦਾ ਹੰਕਾਰ, ਉਹ ਨਰਕਾਂ ਦਾ ਭਾਗੀ ਤੇ ਨਰਕਾਂ ਦਾ ਕੁੱਤਾ ਹੈ। ਜੋ ਜਾਣੇ ਮੈਂ ਜੋਬਨਵੰਤ, ਜਿਹੜਾ ਸੋਚਦਾ ਕਿ ਮੈਂ ਬੜਾ ਸੁੰਦਰ ਹਾਂ, ਮੈਂ ਬੜਾ ਤਗੜਾ ਹਾਂ, ਸੋ ਹੋਤ ਵਿਸ਼ਟਾ ਕਾ ਜਨ, ਉਹ ਤੇ ਗੰਦਗੀ ਦਾ ਕੀੜਾ ਹੈ। ਸਤਿਗੁਰੂ ਸਾਹਿਬ ਜੀ ਨੇ ਫਿਰ ਬਚਨ ਕਹੇ ਨੇ ਕਿ ਜਿਸ ਮਨੁੱਖ ਦੇ ਅੰਦਰ ਆਪਸ ਕੋ ਜੋ ਭਲਾ ਕਹਾਵੇ ਕਿਸੇ ਭਲਾਈ ਨਿਗਟ ਨਾ ਆਵੇ। ਗੁਰੂ ਸਾਹਿਬ ਜੀ ਦੇ ਬਚਨ ਨੇ ਕਿ ਜਿਸ ਮਨੁੱਖ ਨੇ ਹੰਕਾਰ ਚਾ ਕੇ ਪ੍ਰਮਾਤਮਾ ਨੂੰ ਭੁਲਾ ਦਿੱਤਾ ਉਹ ਮਨੁੱਖ ਅੰਧਾ ਹੈ। ਔਰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਅੰਧੇ ਸੇਜੇ ਅੰਧੇ ਉਹ ਨੇ ਜਿਨ੍ਹਾਂ ਦੇ ਕੋਲ ਤੇ ਸਿਰ ਦੇ ਸੇ ਲੋਚਨ ਨਹੀਂ, ਜਿਨ੍ਹਾਂ ਕੋਲ ਹਿਰਦੇ ਦੇ ਨੇਤਰ ਨਹੀਂ ਹੈ। ਹਿਰਦੇ ਦੇ ਨੇਤਰਾਂ ਦਾ ਅਰਥ ਇਹ ਹੈ ਕਿ ਜਿਨ੍ਹਾਂ ਕੋਲ ਸੁਰਤ ਦੇ ਨੇਤਰ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਪਵਿੱਤਰ ਰਚਨਾ ਚ ਇੱਕ ਥਾਂ ਦੇ ਬਚਨ ਕਹਿ ਰਹੇ ਕਿ ਹਰ ਬਿਨ ਭਰਮ ਭੁਲਾਣੇ ਅੰਧਾ। ਪਰਮਾਤਮਾ ਦੇ ਮਾਰਗ ਨਾਲੋਂ ਟੁੱਟ ਕੇ ਜਦੋਂ ਬੰਦਾ ਜੂ ਰਿਹਾ ਉਹ ਅੰਧਾ ਹੈ। ਜਾਪੇ ਕਹੋ ਆਪ ਛੁਟਕਾਵਨ ਤੇ ਬੰਦੇ ਸਭ ਅੰਧਾ। ਕਹਿਣ ਲੱਗੇ ਕਿ ਜਿਨ੍ਹਾਂ ਕੋਲ ਜਾ ਕੇ ਅਸੀਂ ਚਾਹੁੰਦੇ ਨਾ ਕਿ ਸਾਨੂੰ ਦੁੱਖਾਂ ਤੋਂ ਮੁਕਤੀ ਮਿਲ ਜਾਏ, ਸਾਨੂੰ ਬੁਰਾਈਆਂ ਤੋਂ ਮੁਕਤੀ ਮਿਲ ਜਾਏ, ਚਿੰਤਾਵਾਂ ਤੋਂ ਮੁਕਤੀ ਮਿਲ ਜਾਏ, ਉਹ ਤੇ ਆਪ ਹੀ ਉਹਨਾਂ ਬੰਧਨਾਂ 'ਚ ਵੱਜੇ ਬੈਠੇ ਨੇ। ਇੱਕ ਗ੍ਰਸਤੀ ਬੰਦਾ ਜਿਹੜਾ ਹੈ ਉਹਦੀਆਂ ਚਿੰਤਾਵਾਂ ਆਪਾਂ ਮੰਨਦੇ ਹੈਗੀਆਂ ਨੇ, ਪਰ ਉਹਨੂੰ ਤੇ ਚਿੰਤਾ ਦੇ ਪਰਿਵਾਰ ਦੇ 2-4 ਜੀਆਂ ਨੂੰ ਪਾਲਣ ਦੀ ਹੈ, ਇੱਕ ਛੋਟੇ ਦੇ ਘਰ ਦੀ ਹੈ, ਛੋਟੇ ਜਿਹੇ ਕਾਰੋਬਾਰ ਦੀ ਹੈ, ਉਹ ਗ੍ਰਸਤੀ ਹੈ, ਉਹਦੀਆਂ ਲੋੜਾਂ ਨੇ। ਪਰ ਜਿਨ੍ਹਾਂ ਕੋਲ ਜਾ ਕੇ ਗ੍ਰਸਤੀ ਆਪਣੀਆਂ ਇਹ ਚਿੰਤਾਵਾਂ ਤੋਂ ਮੁਕਤ ਹੋਣਾ ਚਾਹੁੰਦੇ ਨਾ, ਉਹਨਾਂ ਨੂੰ ਤੇ ਆਪਣੇ ਸੈਂਕੜੇ ਚੇਲੇ ਪਾਲਣ ਦੀ ਚਿੰਤਾ ਹੈ। ਉਹਨਾਂ ਦੇ ਬੜੇ ਬੜੇ ਆਪਣੇ ਜਿਹੜੇ ਉਹਨਾਂ ਸਥਾਨ ਬਣਾਏ ਨੇ, ਜਾਇਦਾਦਾਂ ਬਣਾਈਆਂ, ਉਹਨਾਂ ਨੂੰ ਸੰਭਾਲਣ ਦੀ ਚਿੰਤਾ ਹੈ। ਉਹ ਤਾਂ ਚਿੰਤਾਵਾਂ 'ਚ ਬਹੁਤੇ ਬੈਠੇ ਹੋਏ ਨੇ। ਜਿਨ੍ਹਾਂ ਕੋਲ ਅਸੀਂ ਚਿੰਤਾਵਾਂ ਤੋਂ ਮੁਕਤ ਹੋਣ ਲਈ ਜਾਂਦੇ ਆ, ਉਹ ਆਪ ਇਹਨਾਂ ਚਿੰਤਾਵਾਂ 'ਚ ਵੱਜੇ ਨੇ। ਉਹਨਾਂ ਦੀ ਗੱਲ ਕਰਦੇ ਆ। ਸਤਿਗੁਰੂ ਜੀ ਕਹਿੰਦੇ ਹਰ ਬਿਨ ਭਰਮ ਭੁਲਾਣੇ ਅੰਧਾ, ਜਿਹੜੇ ਰੱਬ ਨਾਲੋਂ ਟੁੱਟ ਗਏ, ਪ੍ਰਮਾਤਮਾ ਦੇ ਮਾਰਗ ਤੋਂ ਖੁੰਝ ਗਏ, ਉਹ ਅੰਨੇ ਨੇ। ਤੇ ਸਤਿਗੁਰੂ ਜੀ ਨੇ ਉਹਨਾਂ ਦੀ ਗਿਣਤੀ ਕੀਤੀ। ਫਿਰ ਜੋਗੀ ਕਹੇ ਜੋਗ ਭਲ ਮੀਠਾ ਅਵਰ ਨਾ ਦੂਜਾ ਪਾਈ। ਜਿਹੜਾ ਜੋਗ ਮਾਰਗ ਤੇ ਤੁਰਿਆ, ਕਹਿੰਦਾ ਕਿ ਜੋਗ ਹੀ ਸਭ ਤੋਂ ਵਧੀਆ, ਇਹਦੇ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ ਹੈ ਜੀ। ਜੋਗ ਦੇ ਰਾਹੀਂ ਰੱਬ ਨੂੰ ਮਿਲਿਆ ਜਾ ਸਕਦਾ। ਜੋਗਦਰਸ਼ੀ ਰੱਬ 'ਚ ਜੁੜਨਾ, ਰੱਬ ਵਿੱਚ ਲਿਵਲੀਨ ਹੋਣਾ। ਜੋਗ ਸ਼ਬਦ ਪਵਿੱਤਰ ਹੈ, ਮਹਾਨ ਹੈ। ਜੋਗ ਦਾ ਅਰਥ ਹੈ ਜੁੜਨਾ, ਲੀਨ ਹੋਣਾ। ਪਰ ਜੇ ਕੋਈ ਕਹੇ ਕਿ ਭਗਵੇ ਕੱਪੜੇ ਪਾ ਕੇ ਮਿਲਿਆ ਜਾ ਸਕਦਾ ਹੈ, ਕੰਜ ਮੁੰਦਰਾਂ ਪਾ ਕੇ ਮਿਲਿਆ ਜਾ ਸਕਦਾ ਹੈ, ਸਤਿਗੁਰੂ ਜੀ ਕਹਿੰਦੇ ਤਾਂ ਗੱਲ ਨਹੀਂ ਵਾਲੀ। ਜੋਗੀ ਕਹੇ ਜੋਗ ਫਲ ਮੀਠਾ ਅਵਰ ਨਾ ਦੂਜਾ ਪਾਈ। ਜੋਗੀ ਕਹਿੰਦੇ ਕਿ ਜੋਗੀ ਹੀ ਜੋਗ ਹੀ ਵਧੀਆ ਚੀਜ਼ ਹੈ, ਇਸ ਤੋਂ ਬਿਨਾਂ ਹੋਰ ਕੋਈ ਮਾਰਗ ਨਹੀਂ ਹੈ। ਰੁੰਡਤ ਮੁੰਡਤ ਇੱਕ ਹੈ ਸ਼ਬਦੀ, ਇੱਕ ਹੈ ਸਿਧ ਪਾਈ। ਜਿਹੜੇ ਰੋਡੇ ਭੋਡੇ ਨੇ ਸੰਨਿਆਸੀ, ਰੁੰਡਤ ਮੁੰਡਤ ਦਾ ਅਰਥ ਹੁੰਦਾ ਰੋਡੇ ਭੋਡੇ ਜੇ, ਜਿਨ੍ਹਾਂ ਨੇ ਆਪਣੇ ਸਿਰ ਜਿਹੜੇ ਨੇ ਪੁਰਾਣੇ ਸਮੇਂ 'ਚ ਕਿਸੇ ਨੂੰ ਕਤਲ ਦੀ ਸਜ਼ਾ ਦੇਣੀ ਹੁੰਦੀ ਸੀ ਤੇ ਉਹਦਾ ਸਿਰ ਮੁੰਨ ਦਿੰਦੇ ਸੀ, ਉਹਨੂੰ ਕਤਲ ਦੇ ਬਰਾਬਰ ਗਿਣਿਆ ਜਾਂਦਾ ਸੀ। ਤੇ ਬਾਬਾ ਕਬੀਰ ਸਾਹਿਬ ਜੀ ਨੇ ਇੱਥੇ ਉਹਨਾਂ ਨੂੰ ਜਿਨ੍ਹਾਂ ਨੇ ਸਿਰ ਮਨਾਏ ਨੇ, ਉਹਨਾਂ ਨੂੰ ਸਿਰਾਂ ਤੋਂ ਹੀਰੇ ਦੱਸੇ, ਧੜ ਸਿਰ ਤੋਂ ਵੱਖਰੇ ਦੱਸੇ ਨੇ। ਰੁੰਡਤ ਮੁੰਡਤ ਇੱਕ ਹੈ ਸ਼ਬਦ। ਇਹ ਜਿਹੜੇ ਰੋਡੇ ਭੋਡੇ ਨੇ, ਸਿਰਾਂ ਤੋਂ ਬਿਨਾਂ ਨੇ, ਕਹਿੰਦੇ ਨੇ ਇਹ ਕਹਿੰਦੇ ਨੇ ਕਿ ਇਸ ਤਰੀਕੇ ਨਾਲ ਹੀ ਅਸੀਂ ਰੱਬ ਨੂੰ ਮਿਲ ਸਕਦੇ। ਇੱਕ ਸ਼ਬਦੀ, ਇੱਕ ਸ਼ਬਦੀ ਦਾ ਤਾਂ ਕਿ ਜਿਹੜੇ ਇੱਕ ਸ਼ਬਦ ਨੂੰ ਜਪ ਜਪ ਕੇ ਕਹਿੰਦੇ ਰੱਬ ਮਿਲ ਜਾਣਾ ਹੈ। ਜਿਵੇਂ ਜੋਗੀ ਲੱਖ ਲੱਖ ਕਹਿੰਦੇ ਨੇ, ਕੋਈ ਹੋਰ ਵੱਖਰੇ ਵੱਖਰੇ ਮੰਤਰ ਦੇ ਉੱਪਰ ਜਾ ਕੇ ਅੜ ਜਾਂਦੇ ਆ। ਅਸੀਂ ਵੀ ਕਈ ਵਾਰੀ ਅੜ ਜਾਂਦੇ ਆ ਕਿ ਸ਼ਾਇਦ ਇਦਾਂ ਕਿਤੇ ਰੱਬ ਮਿਲੇਗਾ। ਇੱਕ ਸ਼ਬਦੀ, ਜਿਹੜੇ ਕੇਵਲ ਇੱਕ ਸ਼ਬਦ ਤੇ ਅੜ ਜਾਂਦੇ ਨੇ ਕਿ ਇਹ ਸ਼ਬਦ ਦੇ ਰਾਹੀਂ ਹੀ ਰੱਬ ਮਿਲਣਾ ਹੈ, ਤੇ ਉਹ ਸ਼ਬਦ ਦੇ ਕਹਿਣ ਦਾ ਹੰਕਾਰ ਕਰਦੇ ਨੇ। ਸ਼ਬਦ ਮਾੜਾ ਨਹੀਂ ਹੈ। ਪਰਮਾਤਮਾ ਨੂੰ ਕਿਸੇ ਵੀ ਨਾਮ ਨਾਲ ਚੇਤੇ ਕਰੀਏ, ਮੁਬਾਰਕ ਭਾਗਾਂ ਵਾਲੇ ਨੇ ਜਿਹੜੇ ਕਰਦੇ ਨੇ। ਪਰ ਜਦੋਂ ਕੋਈ ਕਹੇ ਕਿ ਜੋ ਮੈਂ ਕਹਿ ਰਿਹਾ, ਜੋ ਮੈਂ ਸ਼ਬਦ ਪੜ੍ਹ ਰਿਹਾ, ਇਹਦੇ ਰਾਹੀਂ ਹੀ ਰੱਬ ਮਿਲਣਾ ਹੈ, ਜਿਵੇਂ ਜੋਗੀ ਕਹਿੰਦਾ ਕਿ ਜੋਗ ਰਾਹੀਂ ਰੱਬ ਮਿਲਣਾ ਹੈ, ਸੰਨਿਆਸੀ ਕਹਿੰਦੇ ਸੰਨਿਆਸੀ ਬਣ ਕੇ ਰੱਬ ਮਿਲਣਾ ਹੈ,
और एक शब्द वाले ਜਿਹੜੇ ਨੇ ਭਾਵ ਜਿਹੜੇ ਇੱਕ ਹੀ ਮੰਤਰ ਨੂੰ ਜਪੀ ਜਾਂਦੇ ਨੇ ਭਾਵੇਂ ਕੋਈ ਵੀ ਜਪਣ ਜਦੋਂ ਕਹਿੰਦੇ ਰੱਬ ਨੂੰ ਮਿਲਣਾ ਸਤਿਗੁਰੂ ਜੀ ਕਹਿੰਦੇ ਨੇ ਸਭ ਜੋ ਸਭ ਅੰਧੇ ਨੇ ਹਰ ਬਿਨ ਭਰਮ ਭੁਲਾਣੇ ਅੰਧਾ ਪਰਮਾਤਮਾ ਦੇ ਮਾਰਗ ਚੱਲਣ ਤੋਂ ਪਹਿਲਾਂ ਇਹ ਹੋਰ ਬੰਦੇ ਦਾ ਹੰਕਾਰ ਕਰਨ ਲੱਗ ਪਏ ਕਿਸੇ ਨੂੰ ਆਪਣੇ ਮਾਰਗ ਦਾ ਕਿਸੇ ਨੂੰ ਆਪਣੇ ਭੇਖ ਦਾ ਸਮਝੋ ਇਹ ਅੰਨੇ ਨੇ ਰੱਬ ਵਾਲੇ ਬੰਦੇ ਤੁਰੇ ਨਹੀਂ ਜੈ ਤੇ ਉਪਜੀ ਤਹੀ ਵਿਨਾਸੀ ਕਹਿਣਗੇ ਜਿਸ ਥਾਂ ਤੋਂ ਇਹ ਜੀਵ ਪੈਦਾ ਹੋਇਆ ਸੀ ਨਾ ਜੈ ਤੇ ਉਪਜੀ ਤਹੀ ਸੁਮਾਨੀ ਇਹ ਮਨੁੱਖ ਪੈਦਾ ਹੋਇਆ ਹੰਕਾਰ ਤੋਂ ਅਸੀਂ ਰੱਬ ਨਾਲੋਂ ਟੁੱਟੇ ਹਾਂ ਤੇ ਮਨੁੱਖ ਫਿਰ ਹੰਕਾਰ 'ਚ ਹੀ ਬੈਠਾ ਹੋਇਆ ਜੈ ਤੇ ਉਪਜੀ ਤਹੀ ਸੁਮਾਨੀ ਇਹ ਵੀ ਬਿਸਰੀ ਤਬ ਹੀ ਜਿਸ ਥਾਂ ਤੋਂ ਮਨੁੱਖ ਵਿਛੜਿਆ ਸੀ ਪ੍ਰਮਾਤਮਾ ਨਾਲੋਂ ਹੰਕਾਰ ਕਰਕੇ ਉੱਥੇ ਟਿਕਿਆ ਸਾਰੀ ਲੁਕਾਈ ਉੱਥੇ ਹੈ ਜੋਗੀ ਵੀ ਹੰਕਾਰ 'ਚ ਹੈ ਇੱਕ ਸੰਨਿਆਸੀ ਵੀ ਹੰਕਾਰ 'ਚ ਹੈ ਕੋਈ ਮੰਤਰ ਜਪਣ ਵਾਲਾ ਵੀ ਹੰਕਾਰ 'ਚ ਹੈ ਔਰ ਇੱਥੇ ਹੀ ਬਸ ਨਹੀਂ ਸਤਿਗੁਰੂ ਸਾਹਿਬ ਜੀ ਕਹਿੰਦੇ ਪੰਡਤ ਗੁਣੀ ਸੂਰ ਹਮ ਦਾਤੇ ਇਹ ਕਹੇ ਵੱਡ ਹਮੀ ਪੰਡਤ ਕਹਿੰਦੇ ਮੈਂ ਬੜਾ ਵੱਡਾ ਹਾਂ ਇੱਕ ਗੁਣ ਵਾਲਾ ਵਿਦਵਾਨ ਬੰਦਾ ਕਹਿੰਦਾ ਜੀ ਮੇਰੇ ਵਰਗਾ ਹੀ ਕੋਈ ਨਹੀਂ ਬਾਕੀ ਦੁਨੀਆ ਮੂਰਖ ਹੈ ਸੂਰਮਾ ਕਹਿੰਦਾ ਕਿ ਮੇਰੇ ਵਰਗਾ ਕੋਈ ਨਹੀਂ ਹੈ ਜਿਹੜਾ ਕਿਸੇ ਨੂੰ 4 ਪੈਸੇ ਦੇਂਦਾ ਰੋਟੀ ਪਾਣੀ ਖਵਾਉਂਦਾ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਮੈਂ ਹੀ ਧਰਮੀ ਹਾਂ ਦਾਤੇ ਧਰਮੀ ਮੈਂ ਹੀ ਹਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਸਭ ਅੰਨੇ ਨੇ ਜਿਹੜਾ ਕਿਸੇ ਵੀ ਥਾਂ ਤੇ ਕਿਸੇ ਵੀ ਮਾਰਗ ਤੇ ਚੱਲ ਕੇ ਹੰਕਾਰ ਕਰਨ ਲੱਗ ਪੈਂਦਾ ਪਰਮਾਤਮਾ ਦੇ ਪਿਆਰ 'ਚ ਜੁੜਦਾ ਨਹੀਂ ਹੈ ਹਰ ਬਿਨ ਭਰਮ ਭੁਲਾਣੇ ਹੁੰਦਾ ਉਹ ਅੰਨੇ ਭਾਵੇਂ ਕੋਈ ਵੀ ਹੋਏ ਗੁਰਬਾਣੀ ਵਿੱਚ ਵਾਰ-ਵਾਰ ਸਤਿਗੁਰੂ ਜੀ ਨੇ ਅੰਨਿਆਂ ਦੀ ਗੱਲ ਕੀਤੀ ਕਿ ਅੰਨੇ ਕੌਣ ਨੇ ਅੰਧੇ ਉਹ ਨੇ ਅੰਧਾ ਸੋਏ ਜੇ ਅੰਧ ਕਮਾਵੇ ਤੇ ਸਿਰ ਦੇ ਸਿਲੋਚਨ ਨਹੀਂ ਅੰਧਾ ਉਹ ਹੈ ਜਿਹੜਾ ਅੰਨਿਆਂ ਵਾਂਗੂ ਕਰਮ ਕਰਦਾ ਹੈ ਜਿਵੇਂ ਅੱਖਾਂ ਤੋਂ ਹੀਣੇ ਬੰਦੇ ਨੂੰ ਨਜ਼ਰ ਨਹੀਂ ਆਇਆ ਉਹ ਤੇ ਟੋਏ 'ਚ ਡਿੱਗ ਪਿਆ ਕੋਈ ਗੱਲ ਨਹੀਂ ਉਹ ਦੇਖੋ ਅੱਖਾਂ ਨਹੀਂ ਹੈ ਲੇਕਿਨ ਅੱਖਾਂ ਵਾਲੇ ਕਿੰਨੇ ਜਿਹੜੇ ਨੇ ਟੋਇਆਂ 'ਚ ਡਿੱਗਦੇ ਨੇ ਆਪਾਂ ਦੇਖਦੇ ਹਾਂ ਅੱਖਾਂ ਹੈਗੀਆਂ ਨੇ ਪਾਣੀ ਨੂੰ ਗੰਦਾ ਕਰੀ ਚਲੇ ਜਾਂਦੇ ਆ ਧਰਮ ਦੇ ਨਾਂ ਤੇ ਗੰਦਾ ਕਰੀ ਜਾਂਦੇ ਆ ਅੱਖਾਂ ਹੈਗੀਆਂ ਨੇ ਸਾਨੂੰ ਪਤਾ ਹੈ ਕਿ ਇਹ ਹਵਾ ਨੂੰ ਸਾਫ਼ ਰੱਖਣਾ ਹੈ ਲੇਕਿਨ ਗੰਦਾ ਕਰੀ ਚਲੇ ਜਾਂਦੇ ਆ ਕਿਵੇਂ ਕਵਾਂਗੇ ਕਿ ਅਸੀਂ ਅੰਨੇ ਆ ਸੁਜਾਗੇ ਆ ਕਿਵੇਂ ਕਵਾਂਗੇ ਕਿ ਸਾਨੂੰ ਨਜ਼ਰ ਆਉਂਦਾ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਆਪਾਂ ਦੇਖਦੇ ਧਰਤੀ ਬਰਬਾਦ ਹੋ ਰਹੀ ਹੈ ਸਮਾਜ ਬਰਬਾਦ ਹੋ ਰਿਹਾ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਆਪਾਂ ਦੇਖਦੇ ਗਰੀਬ ਰੁਲ ਰਹੇ ਹੈ ਜੇਕਰ ਅਸੀਂ ਕਹਿੰਦੇ ਕਿ ਮੁਲਕ ਬਹੁਤ ਵਧੀਆ ਚੱਲ ਰਿਹਾ ਸੀ ਤੇ 21ਵੀਂ ਸਦੀ 'ਚ ਪਹੁੰਚ ਗਏ ਬੜੀ ਤਰੱਕੀ ਕਰ ਲਈ ਇਹ ਅੰਨਿਆਂ ਵਾਲੀ ਗੱਲ ਹੈ ਨਾ ਇਹਦੋਂ ਵੱਡਾ ਅੰਨੇ ਹੋਣ ਦਾ ਸਬੂਤ ਕੀ ਹੋ ਸਕਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਗੱਲ ਅੰਨਿਆਂ ਦੀ ਕਰਕੇ ਫਿਰ ਕਿਹਾ ਕਿ ਜੇ ਪ੍ਰਮਾਤਮਾ ਨਾਲ ਜੁੜਨਾ ਹੈ ਤੇ ਸੁਜਾਗੇ ਹੋਣ ਦੀ ਲੋੜ ਹੈ ਨੇਤਰਾਂ ਦੀ ਲੋੜ ਹੈ ਨੇਤਰਾਂ ਤੋਂ ਬਿਨਾਂ ਉਸ ਪ੍ਰਮਾਤਮਾ ਦੇ ਪਿਆਰ 'ਚ ਜੁੜ ਨਹੀਂ ਸਕਦੇ ਜੋ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਇਸ ਮੁਖਵਾਕ ਦੇ ਰਾਹੀਂ ਆਓ ਆਪਾਂ ਮਿਲ ਕੇ ਗੁਰੂ ਕੇ ਇਨ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ ਸਤਿਗੁਰੂ ਜੀ ਦੇ ਪਿਆਰ 'ਚ ਜੁੜਨ ਦੇ ਲਈ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਬਸੰਤ ਮਹਿਲਾ ਪਹਿਲਾ ਇੱਕ ਤੁਕੀਆ ਬਸੰਤ ਰਾਗ ਦਾ ਇਹ ਪਵਿੱਤਰ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ ਇੱਕ ਤੁਕ ਵਾਲਾ ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 1199 ਤੇ ਸੁਭਾਈਮਾਨ ਹੈ ਮਤ ਭਸਮ ਅੰਦਲੇ ਗਰਭ ਜਾਹੇ ਮੁਖਵਾਕ ਦੀ ਇਹ ਪ੍ਰਥਮ ਪੰਕਤੀ ਹੈ ਰਹਾਉ ਦੀਆਂ ਪੰਕਤੀਆਂ ਸਤਿਗੁਰੂ ਜੀ ਨੇ ਬਚਨ ਕੇ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਅੰਤ ਕਾਲ ਤੇਰੇ ਆਵੇ ਕਾਮ ਉਹ ਮੂਰਖ ਬੰਦਿਆ ਤੂੰ ਕਿਉਂ ਪ੍ਰਮਾਤਮਾ ਨੂੰ ਭੁਲਾ ਬੈਠਾ ਹੈ ਭਾਵੇਂ ਕੋਈ ਰਾਜ ਦੇ ਹੰਕਾਰ 'ਚ ਭਾਵੇਂ ਕੋਈ ਜੋਬਨ ਦੇ ਹੰਕਾਰ 'ਚ ਭਾਵੇਂ ਕੋਈ ਆਪਣੇ ਗਿਆਨ ਦੇ ਹੰਕਾਰ 'ਚ ਭਾਵੇਂ ਕੋਈ ਆਪਣੇ ਧਰਮ ਦੇ ਹੰਕਾਰ 'ਚ ਆ ਜਾਏ ਉਹ ਸਮਝੋ ਮੂਰਖ ਮਾਇਆ ਦਰਤ ਕੋ ਧਨ ਦੌਲਤ ਨਹੀਂ ਹੈ ਇਹ ਜਿਹੜਾ ਬਾਹਰਲੀ ਦੌਲਤ ਤੇ ਗੁਜ਼ਰਾਨ ਹੈ ਇਹਦੇ ਤੋਂ ਬਿਨਾਂ ਤੇ ਜ਼ਿੰਦਗੀ ਲੰਘਦੀ ਨਹੀਂ ਹੈ ਮਾਇਆ ਦਰਤ ਦੁਨੀਆ ਦੀ ਉਹ ਹਰ ਚੀਜ਼ ਜਿਹਦਾ ਅਸੀਂ ਹੰਕਾਰ ਕਰਦੇ ਹਾਂ ਜੇ ਮਾਲਾ ਫੇਰਨ ਦਾ ਹੰਕਾਰ ਹੈ ਤੇ ਮਾਲਾ ਵੀ ਮਾਇਆ ਹੀ ਹੈ ਜੇ ਸੇਵਾ ਕਰਨ ਦਾ ਮੈਨੂੰ ਹੰਕਾਰ ਹੋ ਗਿਆ ਤੇ ਸੇਵਾ ਵੀ ਮਾਇਆ ਬਣ ਗਈ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਮਾਇਆ ਦੁਨੀਆ ਦੀ ਉਹ ਹਰ ਚੀਜ਼ ਹੈ ਜਿਹਦੇ ਪਿਆਰ 'ਚ ਜੁੜ ਕੇ ਅਸੀਂ ਰੱਬ ਨਾਲੋਂ ਟੁੱਟ ਜਾਂਦੇ ਹਾਂ ਭਾਵੇਂ ਉਹ ਧਰਮ ਵੀ ਕਿਉਂ ਨਾ ਹੋਵੇ ਧਰਮ ਵੀ ਮਾਇਆ ਬਣ ਜਾਂਦਾ ਹੈ ਕਿਸੇ ਨੂੰ ਰਿੱਧੀਆਂ ਸਿੱਧੀਆਂ ਦਾ ਹੰਕਾਰ ਹੈ ਕਿਸੇ ਨੂੰ ਸਿਮਰਨ ਕਰਨ ਦਾ ਹੰਕਾਰ ਹੈ ਕਿਸੇ ਨੂੰ ਸੇਵਾ ਕਰਨ ਦਾ ਹੰਕਾਰ ਹੈ ਇਹ ਵੀ ਤੇ ਮਾਇਆ ਹੀ ਹੈ
इस करके सतगुरु साहब जी कहते हो मूर्ख बंदिया, तू परमात्मा नूं भुला दिता है ना। जे तू परमात्मा नूं भुलाया है, गल चित रखे अंत काल तेरे आवे काम। वो परमात्मा नहीं ते अखीर वेले तेरे काम होने, किसी रिद्धि सिद्धि ने काम नहीं आना। कोई अज तक रिद्धियां सिद्धियां वाला दुखों तो बच नहीं सकिया, किसी धन दौलत रुतबे ने काम नहीं होना। कोई धन दौलत रुतबा अज तक किसी दुखों तो बचा नहीं सके। इस करके सतगुरु जी कहते मूर्खा, तू परमात्मा के नाम नूं क्यों भुला दिता है। देखो ना, जिस परमात्मा ने साडे ते बख्शिश की, जियो पाए तन साजिया रखिया बनत बनाई, साडा शरीर साज के किन्नी सोहनी विਉਂਤ दे नाल बना के इनू धरती ते टिकाया होया। देखो ना, शरीर दे अंदर अखां नाल देखने, कन्नां नाल सुनने, प्राण अंदर किथे टिके ने सानू पता ही नहीं। और इत्थे बस जिहवा बोले अखीं देखे, जिहवा बोले कन्नी सुरत समाए। अखां नाल देखदे जिहदी किरपा सदका, जीव नाल बोलदे जिहदी किरपा सदका, कन्नां नाल सुनदे जिहदी किरपा सदका। कदी सोचिया कि सुनदे किवें आ, देखदे किवें आ। सतगुरु जी कहंदे जिस परमात्मा ने इन्नी वधिया बनत बनाई और इत्थे बस नहीं है, उस परमात्मा ने फिर सानू खाण पीण पहनण दे पदार्थ दिते। पैरी चले हथी करना दिता, पहना खाए। असी पैरां नाल चलदे हां, हत्थां नाल काम करदे हां, उस वाहिगुरू जी दा दिता होया खांदे पींदे हां। ते सतगुरु जी कहंदे जिन रच रचिया तिस न जाने, अंधा अंत कमाए। जिस परमात्मा ने इस मनुख नूं रचिया, शरीर बनाया, अखां दित्तियां, ਕੰਨ ਦਿੱਤੇ, ਜਿਹਵਾ ਦਿੱਤੀ, ਖਾਣ ਪੀਣ ਪਹਿਨਣ ਦੇ ਪਦਾਰਥ ਦਿੱਤੇ, ਦੁਨੀਆ ਤੇ ਬਹੁਤ ਕੁਝ ਦਿੱਤਾ ਹੈ। ਜੇ ਬੰਦਾ ਉਹਨੂੰ ਜਾਣਦਾ ਨਹੀਂ, ਇਹਨੂੰ ਤੇ ਅੰਨਾ ਕਹਿੰਦੇ ਨੇ। ਦੇਖੋ ਨਾ, ਅਸੀਂ ਦੇਖਦੇ ਹਾਂ ਸਾਡੀਆਂ ਅੱਖਾਂ ਦੇ ਸਾਹਮਣੇ ਮਨੁੱਖ ਇਸ ਧਰਤੀ ਤੇ ਕਿਵੇਂ ਆਉਂਦਾ ਹੈ, ਕਿੰਨੀ ਅਜੀਬ ਬਣਤਰ ਹੈ। ਇਸ ਧਰਤੀ ਤੋਂ ਚਲਿਆ ਜਾਂਦਾ ਹੈ, ਇਸ ਧਰਤੀ ਦੇ ਉੱਪਰ ਕਿਵੇਂ ਅੰਨ ਪੈਦਾ ਹੋ ਰਿਹਾ, ਇਸ ਧਰਤੀ ਤੇ ਕਿੰਨੇ ਕਿੰਨੇ ਵਿਚਿੱਤਰ ਨਜ਼ਾਰੇ ਨੇ। क्योंकि असीं कदी प्रकृति नाल जुड़न दा जतन नहीं कीता। साडा ते जतन है पैसे होने चाहिए ने, लड़ के आ जान, झगड़ के आ जान, चोरी बोल के आ जान, ठगी ठोरी करके जो मर्जी आ जाए, सुरत माया विच लगी हुई है। जो कुछ परमात्मा ने इत्थे महान बनाया, उधर ते कदी साडा ध्यान गया ही नहीं। जिन्नत रचिया रच रचिया तिस न जाने, अंधा अंध कमाए। जिस परमात्मा ने रचना बनाई, मनुख उहनूं जे नहीं जानदा, सतगुरु साहब जी कहते इनू तो अन्ने कहते हैं। होर अन्ने का क्या अर्थ है? अन्ने का अर्थ ये नहीं कि जिन्हें को अखा नहीं, उन्होंने तो बहुत ज्ञान है। जिन्हों को अखा नहीं है, जिन्हों को अखा नहीं, उन्होंने को बैठ के सुनो, उन्होंने किन्नी गुरबाणी याद है। ते अखा वालियां तां माफ करना, जपजी साहब भी बहुते उन्हें याद नहीं है। जिन्हों को अखा नहीं, उन्होंने को तो बहुत अनुभव है, वो तो बड़े दूर अंदेश ने, वो कभी गलत मार्ग किसी को जाते ही नहीं। लेकिन यह बंदे जिन्हों को अखा ने तो घर के गलत काम ने आप देखते हैं। सतगुरु जी ने अन्ने उन्होंने किया है जिन्हों के कोल सुरत दे नेत्र नहीं है। सतगुरु साहब जी कहते बंदे तू उस परमात्मा नूं भुला दिता है, तेरे अखीर वेले ते उन्हीं कम आउणा है। मनुख भुलदा किवें है, मत भस्म अंधले गर्भ जाहे। ओ बंदिया एवें किते शरीर ते सुआह ला के हंकार ना करी कि मैं बड़ा तगड़ा त्यागी बन गया, बड़ा धर्मी बन गया। मत भस्म अंधले गर्भ जाए। भस्म मेरा सुआह, वो अन्ने एवें किते शरीर ते सुआह मरण दा हंकार ना कर लई। हंकार सो मूर्ख अंधा आ गया, जिसके अंतर राजमान सो मूर्ख अंधा आ गया। वो मूर्ख अंधा है, वो अंधा है जिहदे अंदर हंकार है किसी भी तरह का, भावें वो धर्म दा है, भावें धन दा है, भावें धार्मिक कर्म दा है, वो बंदा अंधा है। सतगुरु जी कहते मत भस्म अंधले गर्भ जाए। वो अन्ने एवें शरीर ते सुआह मरण दा हंकार ना करी जाके मैं बड़ा तगड़ा धर्मी बन गया। इन वेद नांगे जोग ना है। इवें कपड़े उतारे सुआह मलिया को रब नूं नहीं मिल जांदा। जे रब नूं इदां ही मिलदा होए जिद्दां लोकां ने सोचिया कपड़े ला दिओ शरीर ते सुआह मल लो, फिर ते पशु पहलां रब नूं मिलने चाहिए ने। पशुआं ने किहड़े कपड़े वो ते मिट्टी 'च ही लेटदे रहिंदे ने। बंदा तां चेचा कदी कदी सुआह मलदा होएगा, पशु तो मिट्टी 'च ही लेटते रहते हैं, उन्होंने रब मिलना चाहिए। जे रब चुप कीते मिलता होए ते दरख्त ते बेचारे चुप ही नहीं, उन्होंने मिलना चाहिए। जे रब नंगे पैरी फिरिया मिलता होए,
जंगल च सारे पशु नंगे पैरी, उन्हें किहड़े बाटा दी जुत्तियां पाईयां ने, उन्हें रब मिलना चाहिए। जे रब इस ख्याल नाल मिलदा है कि मैं गृहस्थ विच नहीं पैना, बिंद राख जो तरीए पाई खुसरे क्यों ना परमगत पाई, कि मैं जी गृहस्थी नहीं बनना। लोगों ने गृहस्थ नूं पाप कह दिता कि गृहस्थी होना पाप है, दरअसल गृहस्थ तो भजना पाप है, गृहस्थ तो भजना पाप है। गृहस्थ एक रब दे हुक्म दे अंदर है, जे अगे मनुखी समाज ने तुरना है तो गृहस्थ जरूरी है। ते सतगुरु जी कहने जिहड़े गृहस्थ तो भजदे ने, बिंद राख जो तरीए पाई खुसरे क्यों ना परमगत पाई। आ खुसरे जिहड़े ते मुक्त हो जाने चाहिए, ब्रह्म ज्ञानी होने चाहिए, ये किहड़े गृहस्थी ने। इस करके किसी भी चीज दे नाल बंदा रब नूं इवें नहीं मिल सकता कि शरीर तो कपड़े ला दिओ, चुप करके बैठ जाओ, या रोटी खानी बंद कर दिओ। रोगी रोटी नहीं खांदा, वो किहड़ा रब नूं मिल जांदा। सतगुरु साहिब जी कहंदे ने, इन विद नांगे जोग ना है। इवें कपड़े उतारे कोई जोगी नहीं बन जांदा बंदा। जोग न भगवी कपड़ी, जोग न मैले वेश, नानक घर बैठिया जोग पाईऐ, सतगुर कह उपदेश। जोग ना तो कपड़ियां चक के भगवे पा लो, या मैले पा लो, या सुआह मल लो, या चिट्टे पा लो, या नीले पा लो, इहदे च कोई जोग नहीं। जोग है गुरु के उपदेश नहीं, अखां खोल के चलना, सुचेत होके चलना। इसी धरती ते की लैन ली आए, अज तक कीता की, इनू जोग दा मार्ग किया जांदा। मूड़े काहे बसारियो तै राम नाम, ओ मूर्खा तू रब दे नाम नू क्यों भुला दिता है। अंत काल तेरे आवे काम, यही तो अखीर वेले तेरे काम होने। रब ने नाम ने ही अंत वेले तेरा साथी बनना है। रहाओ गुर पूछ तुम करो विचार, ओ भाई गुरु कोल आ ते गुरु पासों ज्ञान प्राप्त कर, गुरु पासों सोझी प्राप्त कर। गुर पूछ दर ते गुरु पासों ज्ञान प्राप्त कर। फिर गुरु के ज्ञान की रोशनी च बैठ के विचारिया कर कि जिंदगी काहदे लई मिली है। जे तू रब नूं मिलना है, फिर गुरु पासों पुछ के ना फिर उस मार्ग ते चल। जो गुर कहे सोई पल मन, जो गुरु कह रहे उन्हें भला करके मन। जे गुरु दे मार्ग ते चलेगा, जिन हर जपिया सिया हर होए, हर मिलिया केल के लाली। गुरु दे मार्ग ते चल के जिन्हां ने परमात्मा नूं जपिया, उन्हां नूं परमात्मा मिल पिया। परमात्मा कपड़े उतारिया नहीं मिलना, परमात्मा सुआ मलिया नहीं मिलना, परमात्मा जंगलों च बैठिया नहीं मिलना, मड़िया च बैठिया नहीं मिलना, कोई नहातिया धोतिया नहीं मिलना। परमात्मा मिलना है गुरु के ज्ञान राही, परमात्मा के प्यार विच जुड़े। सतगुरु जी कहते जय देखो तै सारंग पाण। जदों तू गुरु पासों पुछ के चलेगा ना, गुरु दे दसे मार्ग ते जेड़े चलदे हो ते जिधर देखदे उन्हां परमात्मा ही नजर आउंदा है। वो कोई परमात्मा नूं मिलण लई घर नहीं छड़ दिंदे, कोई परमात्मा नूं मिलण लई कोई जंगलां 'च नहीं बैठदे, परमात्मा नूं मिलण लई कोई कारोबार नहीं त्यागदे जां परिवार नहीं त्यागदे। उन्हां नूं ते परिवार विचों भी परमात्मा नजर आउंदा है। वो ते परिवार दे ये सारियां सुख सहूलतां नूं देख के रोज कहंदे वाहिगुरू तू मेरा पिता, तू है मेरा माता, तू मेरा बंधप, तू मेरा भ्राता, तू ही मेरा मां प्यो है। मां प्यो च बैठ के पालना साडी परमात्मा कर रहा है। वही मां प्यो है साडा, वही साडा रिश्तेदार है, वही साडा रखवाला है, उहदे तो बिना कोई साडा नहीं है। सतगुरु साहिब जी कहंदे जिन्हां नूं गुरु पासों ज्ञान मिल गया, वो ते जिधर देखदे उन्हां नूं परमात्मा ही नजर आउंदा है। क्या हो आखां जां कछ नाहे, मैं परमात्मा तो बिना की कह सकदा, परमात्मा तो बिना तो होर कुछ है ही नहीं। जो कुछ हो रहा है जां मनुख कर रहा है जां मनुख दे कोल है, ये सब परमात्मा की दात है। परमात्मा तो बिना होर कुछ है नहीं। जात पत सब तेरे नाए, आपां बाहरी तौर ते जात दा बड़ा हंकार करते हैं। जात मनुख की जात ते वैसे मनुख है, मानस की जात सब है, एक पहचान हो। पर मनुख ने अपनियां ही कोई पहचाना बनाईयां हुई ने, उन्होंने जातां समझण लग पिया। देखो जेड़े सोने का काम करते उन्हें सुनियारा किया जाता है, वो सुनियारा जात बनानी लोगों ने। सुनियार तक कम सी, लोहे के काम करने वाले नूं लोहार किया जाता सी, लेकिन लोगों ने लोहार एक जात बना ली। जात नहीं सी, जात मनुख ही है, लोहार कम है।
ਘੜੇ ਬਣਾਉਣ ਵਾਲੇ ਨੂੰ ਘੁਮਿਆਰ ਕਿਹਾ ਜਾਂਦਾ ਸੀ, ਉਹ ਇੱਕ ਜਾਤ ਹੀ ਬਣਾ ਦਿੱਤੀ। ਕੱਪੜੇ ਬਣਾਉਣ ਵਾਲੇ ਨੂੰ ਜੁਲਾਹਾ ਕਿਹਾ ਜਾਂਦਾ ਸੀ, ਲੋਕਾਂ ਨੇ ਜਾਤ ਬਣਾ ਦਿੱਤੀ। ਚਮੜੇ ਦਾ ਕੰਮ ਕਰਨ ਨੂੰ ਚਮਾਰ ਕਿਹਾ ਜਾਂਦਾ ਹੈ, ਲੋਕਾਂ ਨੇ ਜਾਤ ਬਣਾ ਦਿੱਤੀ। ਉਹ ਜਾਤ ਨਹੀਂ ਹੈ, ਉਹ ਤਾਂ ਕੰਮ ਹੈ। ਜਾਤ ਤੇ ਸਾਡੀ ਮਨੁੱਖ ਹੈ। ਬਾਕੀ ਜਿੱਥੋਂ ਤੱਕ ਕਿ ਬਾਹਰਲੀ ਜਾਤ ਦੇ ਨਾਲ ਮਨੁੱਖ ਚਾਹੁੰਦਾ ਨੇ ਕਿ ਮੇਰਾ ਬੜਾ ਮਾਣ ਬਣ ਜਾਏਗਾ, ਸਤਿਗੁਰੂ ਜੀ ਕਹਿੰਦੇ ਇਹ ਮਨੁੱਖ ਦੀ ਅਗਿਆਨਤਾ ਹੈ। ਸਾਡਾ ਮਾਣ ਜਾਤ ਵਾਲਾ ਕਦੋਂ ਬਣਨਾ ਹੈ? ਜਾਤ ਪਾਤ ਸਭ ਤੇਰਾ ਨਾਏ। ਜਦੋਂ ਅਸੀਂ ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ, ਇਹੀ ਸਭ ਤੋਂ ਵੱਡੀ ਸਾਡੀ ਜਾਤ ਹੈ, ਰੱਬ ਦੇ ਪਿਆਰ 'ਚ ਜੁੜਨਾ। ਇਹਦੇ 'ਚ ਇੱਜ਼ਤ ਮਿਲਣੀ। ਪਤ ਦਾ ਅਰਥ ਹੈ ਇੱਜ਼ਤ। ਅਸੀਂ ਇੱਜ਼ਤ ਬਣਾਉਣ ਲਈ ਬਾਹਰਲੇ ਬੜੇ ਯਤਨ ਕਰਦੇ ਹਾਂ, ਧਨ ਰਾਹੀਂ, ਰੁਤਬੇ ਰਾਹੀਂ, ਬਾਹਰਲੇ ਹੋਰਨਾਂ ਸਾਧਨਾਂ ਦੇ ਰਾਹੀਂ ਅਸੀਂ ਇੱਜ਼ਤ ਚਾਹੁੰਦੇ ਕਿ ਸਾਨੂੰ ਮਿਲੇ। ਇੱਕ ਸਤਿਗੁਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨ ਕਰਕੇ ਹੀ ਇੱਜ਼ਤ ਮਿਲਣੀ ਹੈ, ਪਤ ਬਣਨੀ ਹੈ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਜਾਤ ਨਹੀਂ ਹੈ, ਕੋਈ ਪਤ ਨਹੀਂ। ਕਾਹੇ ਮਾਲ ਦਰਬ ਦੇਖ ਗਰਬ ਜਾਹੇ। ਉਹ ਬੰਦਿਆ, ਔਰ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਦੇਖ ਕੇ ਤੂੰ ਹੰਕਾਰ ਹੀ ਕਰੀ ਜਾਂਦਾ। ਮਾਲ, ਦੁਨੀਆ ਦਾ ਧਨ ਪਦਾਰਥ, ਦੁਨੀਆ ਦਾ ਦਰਬ ਦੇਖ ਕੇ ਤੂੰ ਐਵੇਂ ਹੰਕਾਰ ਕਰੀ ਜਾਂਦਾ। ਜਿਹੜਾ ਧਨ ਦੌਲਤ ਦਾ ਹੰਕਾਰ ਕਰਦਾ, ਸਤਿਗੁਰੂ ਜੀ ਕਹਿੰਦੇ ਸੋ ਮੂਰਖ ਅੰਧਾ ਅਗਿਆਨ। ਉਹ ਮੂਰਖ ਹੈ, ਉਹ ਅੰਨਾ ਹੈ, ਉਹ ਅਗਿਆਨੀ। ਹੁਣ ਜੇ ਅਸੀਂ ਅੰਨਿਆਂ ਦੀ ਗਿਣਤੀ ਕਰਨੀ ਹੋਏ ਨਾ ਤੇ ਬਹੁਤ ਵੱਡੀ ਹੋਏਗੀ, ਕਿਉਂਕਿ ਜਿਹਨੂੰ ਧਨ ਦਾ ਹੰਕਾਰ ਉਹ ਅੰਨਾ ਹੈ। ਤੇ ਧਰਤੀ ਤੇ ਆਪਾਂ ਗਿਣਤੀ ਕਰੀਏ, ਨਰਕ ਵਾਸੀਆਂ ਦੀ ਗਿਣਤੀ ਕਰਨੀ ਤੇ ਬਹੁਤ ਵੱਡੀ ਹੈ। ਐਵੇਂ ਇੱਕ ਭੁਲੇਖਾ ਪਾਤਾ ਕਿ ਮਰਨ ਤੋਂ ਬਾਅਦ ਨਰਕ ਹੈ। ਇਹ ਇੱਕ ਧਾਰਮਿਕ ਲੋਕਾਂ ਨੇ ਧਿਆਨ ਹਟਾ ਦਿੱਤਾ ਅਸਲੀ ਮਾਰਗ ਤੋਂ। ਜਿਸਕੇ ਅੰਤਰ ਰਾਜ ਅਮਾਨ ਸੋ ਨਰਕ ਪਾਤੀ ਹੋਤ ਸੁਆਮਾ। ਉਹ ਨਰਕਾਂ ਦਾ ਵਾਸੀ ਜਿਹਦੇ ਅੰਦਰ ਰਾਜ ਦਾ ਹੰਕਾਰ ਹੈ। ਉਹ ਕੁੱਤਾ ਹੈ ਨਰਕਾਂ ਦਾ ਜਿਹਦੇ ਅੰਦਰ ਰਾਜ ਦਾ ਹੰਕਾਰ ਹੈ। ਹੁਣ ਰਾਜ ਦੇ ਹੰਕਾਰ ਵਾਲਿਆਂ ਦੀ ਗਿਣਤੀ ਕਰਕੇ ਦੇਖ ਲਓ ਵਰਲਡ ਵਾਈਡ, ਕਿੱਡੀ ਵੱਡੀ ਗਿਣਤੀ ਹੋਏਗੀ ਇਹੋ ਜਿਹੇ ਜਿਹੜੇ ਨਰਕਾਂ ਦੇ ਕੁੱਤੇ ਤੁਰੇ ਫਿਰਦੇ ਨੇ ਧਰਤੀ ਤੇ। ਹੁਣ ਜਿਸ ਧਰਤੀ ਤੇ ਨਰਕ ਪਾਤੀ ਹੋਣਗੇ, ਜਿਸ ਧਰਤੀ ਤੇ ਕੁੱਤੇ ਹੋਣਗੇ, ਉਹ ਧਰਤੀ ਤੇ ਸੁੱਖ ਤੋਂ ਵਸੇਗਾ। ਉਹਨਾਂ ਨੇ ਤੇ ਵੱਢਣਾ ਹੀ ਹੈ, ਹਲਕਾਏ ਹੋ ਕੇ ਦੂਜਿਆਂ ਨੂੰ ਵੱਢ ਰਹੇ, ਮਨੁੱਖਾਂ ਨੂੰ ਨੋਚ ਰਹੇ ਨੇ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਰਾਜੇ ਸ਼ੇਰ ਬਣ ਗਏ, ਉਹਨਾਂ ਨੇ ਮੁਕੱਦਮ ਕੁੱਤੇ ਬਣ ਗਏ। ਉਹਨਾਂ ਨੇ ਕੁੱਤੇ ਪਾਲੇ ਹੋਏ ਨੇ ਅੱਗੇ ਬੜੇ। ਰਾਜਿਆਂ ਨੇ ਆਪ ਥੋੜੋ ਖਾਣ ਲਈ ਆਉਣੇ, ਇਹ ਕੁੱਤਿਆਂ ਨੇ ਘੇਰ ਕੇ ਸ਼ਿਕਾਰ ਉਧਰ ਲਿਜਾਣਾ ਹੁੰਦਾ। ਬੈਠੇ ਨਹੀਂ, ਇਧਰ ਉਧਰ ਦਫ਼ਤਰਾਂ 'ਚ ਘੇਰ ਘੁਰ ਕੇ ਲਿਜਾਈ ਚਲੇ ਜਾਂਦੇ ਨੇ, ਲੁੱਟੀ ਚਲੇ ਜਾਂਦੇ ਨੇ, ਲੋਕਾਂ ਦੀਆਂ ਜੇਬਾਂ ਖਾਲੀ ਕਰੇ ਜਾਂਦੇ ਨੇ। ਮਨਿਸਟਰ ਮਾਸਕ ਨਾ ਪਾਉਣ ਕੋਈ ਗੱਲ ਨਹੀਂ। ਆਪਾਂ ਦੇਖਦੇ ਹਾਂ ਬੰਗਾਲ 'ਚ ਚੋਣ ਰੈਲੀ ਹੋ ਰਹੀ ਹੈ, ਗ੍ਰਹਿ ਮੰਤਰੀ ਉਹਦੇ ਤੁਰਿਆ ਫਿਰਦਾ, ਉਹਦੇ ਨਾਲ ਲੱਖਾਂ ਦੀ ਭੀੜ ਉਦਾਂ ਤੁਰੀ ਫਿਰਦੀ, ਉਹਨੂੰ ਕੋਈ ਡੰਡ ਨਹੀਂ ਹੈ। ਇੱਕ ਗਰੀਬ ਬੰਦਾ ਤੁਰਿਆ ਜਿਹਾ ਸਾਈਕਲ ਤੇ ਕੱਢਦੇ 1000 ਰੁਪਈਆ, ਹੁਣੇ ਪੁਲਿਸ ਵਾਲੇ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਇਹ ਸਮਾਜ ਹੈ ਕੋਈ? ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤ ਤੁਹਾਨੂੰ ਨਜ਼ਰ ਆਉਣਗੇ ਅੰਨੇ, ਬਹੁਤ ਤੁਹਾਨੂੰ ਨਜ਼ਰ ਆਉਣਗੇ ਕੁੱਤੇ, ਜਿਹੜੇ ਪ੍ਰਮਾਤਮਾ ਦੇ ਅਸਲੀ ਮਾਰਗ ਨਾਲੋਂ ਟੁੱਟ ਕੇ ਕੇਵਲ ਧਨ ਦਾ, ਦੌਲਤ ਦਾ, ਰੁਤਬੇ ਦਾ ਹੰਕਾਰ ਕਰਦੇ ਨੇ ਤੇ ਲੋਕਾਂ ਨੂੰ ਤੰਗ ਕਰਦੇ ਨੇ। ਕਾਹੇ ਮਾਲ ਦੇਖ ਦਰਬ ਜਾਹੇ। ਤੂੰ ਐਵੇਂ ਬਾਹਰੋਂ ਧਨ ਦੌਲਤ ਦੇਖ ਕੇ ਹੰਕਾਰ ਕਰੀ ਚਲਿਆ ਜਾਂਦਾ। ਕਾਹੇ ਮਾਲ ਦਰਬ ਦੇਖ ਗਰਬ ਜਾਹੇ, ਚਲਤੀ ਬਾਹਰ ਤੇਰੋ ਕਛ ਨਾਹੀ। ਇਹ ਜਾਣ ਲੱਗਿਆ ਕੋਈ ਧਨ ਨਾਲ ਨਹੀਂ ਜਾਣਾ ਜਿਹਦਾ ਤੂੰ ਹੰਕਾਰ ਕਰ ਰਿਹਾ। ਧਨ ਮੁਬਾਰਕ ਹੈ, ਧਨ ਗੁਜਰਾਨ ਹੈ, ਧਨ ਕਮਾਉਣ ਦਾ ਹੱਕ ਹੈ ਮਨੁੱਖ ਨੂੰ, ਲੇਕਿਨ ਧਨ ਦਾ ਹੰਕਾਰ ਕਰਨਾ ਮਾੜੀ ਗੱਲ ਹੈ। ਧਨ ਨੇ ਨਾਲ ਤੇ ਜਾਣਾ ਨਹੀਂ। ਬੰਦਾ ਐਵੇਂ ਹੰਕਾਰ ਕਰ ਕਰਕੇ ਨਾ ਆਪਣੀ ਜ਼ਿੰਦਗੀ ਅਕਾਰਥ ਗਵਾਈ ਜਾਂਦਾ ਹੈ, ਪੀੜਤ ਹੋਈ ਜਾਂਦਾ ਹੈ। ਜਾਣ ਲੱਗਿਆ ਨਾਲ ਹੀ ਨਹੀਂ ਜਾਂਦਾ। ਇੱਕ ਤੇ ਉਹਨੂੰ ਕਮਾਉਣ ਲੱਗਿਆ ਦੁਖੀ। ਕਮਾਉਣਾ ਹੱਕ ਹੈ, ਪਰ ਬੰਦਾ ਇਹ ਸੋਚ ਕੇ ਕਿ ਇੰਨੀ ਸਭ ਕੁਝ ਹੋਣਾ ਹੈ, ਉਹਨੂੰ ਕਮਾਉਣ ਲਈ ਬੜਾ ਪਰੇਸ਼ਾਨ ਹੁੰਦਾ। ਸੁਖ ਕੇ ਹਿਤ ਬਹੁਤ ਦੁੱਖ ਪਾਵਤ, ਮਾਇਆ ਕਾਰਨ ਧਾਵ ਹੀ ਮੂਰਖ ਲੋਗ ਅਜਾਨ। ਨਿਸ ਦਿਨ ਮਾਇਆ ਕਾਰਨ ਪ੍ਰਾਣੀ ਬੋਲਤ ਨੀਤ। ਦਿਨ ਰਾਤ ਬੰਦਾ ਧੱਕੇ ਖਾਈ ਚਲਿਆ ਜਾਂਦਾ ਹੈ। ਗੁਜ਼ਰਾਨ ਲਈ ਮਿਹਨਤ ਕਰਨਾ ਸਾਡਾ ਹੱਕ ਹੈ, ਕਰਨੀ ਚਾਹੀਦੀ। ਪਰ ਇਸ ਖਿਆਲ ਲਈ ਕਿ ਬਹੁਤ ਇਕੱਠਾ ਕਰ ਲਵਾਂਗੇ ਤੇ ਇਸ ਖਿਆਲ ਨਾਲ ਬੰਦਾ ਦਿਨ ਰਾਤ ਰੋਟੀ ਨਾ ਖਾਏ, ਸੋਏ ਨਾ, ਵੇਲੇ ਸਿਰ ਟਾਈਮ ਨਾਲ ਸਰੀਰ ਦੀ ਸੰਭਾਲ ਨਾ ਕਰੇ, ਪਰਿਵਾਰ ਨਾਲ ਜੁੜੇ ਨਾ। ਸਤਿਗੁਰੂ ਜੀ ਨੇ ਕਿਹਾ ਮੂਰਖ ਹੁੰਦਾ ਆ ਗਿਆ। ਇਹ ਅੰਨਾ ਹੈ, ਇਹ ਮੂਰਖ ਹੈ ਬੰਦਾ, ਕਿਉਂਕਿ ਨਾਲ ਤੇ ਜਾਣ ਲੱਗਿਆ ਇਸ ਦਾ ਗਿਆਨ ਨਹੀਂ ਹੈ।
ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਕਈ ਰਿਸ਼ਤੇਦਾਰ ਗਏ ਨੇ, ਸੰਬੰਧੀ ਗਏ ਨੇ, ਜਿਨ੍ਹਾਂ ਨੂੰ ਅਸੀਂ ਜਾਣਦੇ, ਹੋਰ ਬਹੁਤ ਲੋਕ ਗਏ ਨੇ, ਬੜੇ ਬੜੇ ਭਗਵਾਨ ਗਏ ਨੇ, ਬੜੇ ਬੜੇ ਰੁਤਬਿਆਂ ਤੇ ਬੈਠੇ ਗਏ ਨੇ। ਜਾਣ ਲੱਗਿਆ ਧਨ ਤੇ ਨਾਲ ਕੋਈ ਲੈ ਨਹੀਂ ਗਿਆ, ਔਰ ਸਗੋਂ ਉਹਨਾਂ ਦਾ ਇਕੱਠਾ ਕੀਤਾ ਹੋਇਆ ਧਨ ਕਲ ਕਲੇਸ਼ ਦਾ ਕਾਰਨ ਬਣਦਾ। ਉਹਨਾਂ ਦਾ ਇਕੱਠਾ ਕੀਤਾ ਹੋਇਆ ਧਨ ਦੌਲਤ ਉਹ ਲੜਾਈ ਝਗੜਿਆਂ ਦਾ ਕਾਰਨ ਬਣਦੀ ਹੈ। ਉਦੋਂ ਬਾਅਦ ਮੁਕੱਦਮੇ ਚੱਲਦੇ ਨੇ, ਲੜਾਈਆਂ ਹੁੰਦੀਆਂ ਨੇ ਨਿਆਣਿਆਂ ਦੇ ਅੰਦਰ। ਸਿਆਣੇ ਕਹਿੰਦੇ ਪੂਤ ਸਪੂਤ ਤੋ ਕਿਆ ਧਨ ਸੰਚੈ। ਜੇ ਬੱਚੇ ਤੁਹਾਡੇ ਚੰਗੇ ਨੇ ਤੇ ਫਿਰ ਧਨ ਇਕੱਠਾ ਕਰਨ ਦੀ ਕੀ ਲੋੜ, ਉਹਨਾਂ ਨੇ ਤੇ ਕਮਾ ਲੈਣਾ। ਪੂਤ ਕਪੂਤ ਤੋ ਕਿਆ ਧਨ ਸੰਚੈ। ਜੇ ਉਹ ਮਾੜੇ ਨੇ ਤਾਂ ਵੀ ਪੈਸਾ ਇਕੱਠਾ ਕਰਨ ਦੀ ਲੋੜ ਨਹੀਂ, ਉਹਨਾਂ ਨੇ ਬਰਬਾਦ ਹੀ ਕਰ ਦੇਣਾ। ਚੰਗਿਆਂ ਨੇ ਕਮਾ ਲੈਣਾ, ਚਿੰਤਾ ਦੀ ਲੋੜ ਨਹੀਂ, ਮਾੜਿਆਂ ਨੇ ਬਰਬਾਦ ਕਰ ਦੇਣਾ, ਇਕੱਠਾ ਕਰਨ ਦੀ ਲੋੜ ਨਹੀਂ। ਆਪਣੀ ਗੁਜ਼ਰਾਨ ਲਈ ਮਿਹਨਤ ਕਰੋ, ਇਸ ਕਰਕੇ ਨਹੀਂ ਕਿ ਨਿਆਣਿਆਂ ਲਈ ਸੱਤਾਂ ਕੋਲਾਂ ਨੇ ਇਕੱਠਾ ਕਰ ਦਿਓ ਤੇ ਆਪ ਜ਼ਿੰਦਗੀ ਨੂੰ ਮਾਰ ਹੀ ਦਿਓ, ਬਰਬਾਦ ਕਰ ਦਿਓ। ਬੱਚਿਆਂ ਨੂੰ ਪਾਲਣਾ ਸਾਡੀ ਡਿਊਟੀ ਹੈ, ਪੜਾਉਣਾ ਸਾਡੀ ਡਿਊਟੀ ਹੈ, ਇਹ ਅਹਿਸਾਨ ਨਹੀਂ ਹੈ। ਪਰ ਕੋਈ ਕਹੇ ਕਿ ਉਹਨਾਂ ਦੀ ਖਾਤਰ ਆਪਣੀ ਜ਼ਿੰਦਗੀ ਬਰਬਾਦ ਕਰ ਲਵਾਂ, ਇਹੀ ਤੇ ਅੰਨ੍ਹਿਆਂ ਵਾਲੀ ਗੱਲ ਹੈ। ਅੱਜ ਤੱਕ ਕੋਈ ਬੱਚਾ ਨਾਲ ਨਹੀਂ ਜਾਂਦਾ, ਕੋਈ ਧਨ ਨਾਲ ਨਹੀਂ ਜਾਂਦਾ, ਕੋਈ ਰੁਤਬਾ ਨਾਲ ਨਹੀਂ ਜਾਂਦਾ। ਸਤਿਗੁਰੂ ਜੀ ਕਹਿੰਦੇ ਚਲਤੀ ਵਾਰ ਤੇਰੋ ਕਛੁ ਨਾ ਹੈ। ਭਾਈ ਜਾਣ ਲੱਗਿਆ ਤੇਰਾ ਕੁਝ ਵੀ ਨਹੀਂ ਹੈ ਇਸ ਧਰਤੀ ਤੇ, ਬਸ ਜਿੰਨੇ ਦਿਨ ਹੈ ਖਾ ਪੀ ਲੈ ਤੂੰ ਇਸ ਧਰਤੀ ਦੇ ਉੱਪਰ, ਜਾਣ ਲੱਗਿਆ ਤੇਰਾ ਕੁਝ ਨਹੀਂ ਹੈ। ਪੰਚ ਮਾਰ ਚਿਤ ਰਖੋ ਥਾਏ। ਉਹ ਗੁਰੂ ਕੇ ਗਿਆਨ ਰਾਹੀਂ ਇਹ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਅੰਦਰ ਨੇ, ਇਹਨਾਂ ਨੂੰ ਜਿੱਤ ਲੈ, ਇਹਨਾਂ ਤੇ ਫਤਿਹ ਪ੍ਰਾਪਤ ਕਰਕੇ ਮਨ ਨੂੰ ਟਿਕਾ ਕੇ ਰੱਖ। ਜੋਗ ਜੋਤ ਕੀ ਇਹ ਪਾਏ। ਜੋਗ ਨੂੰ ਪ੍ਰਾਪਤ ਕਰਨ ਦੀ ਯੁਕਤੀ ਇਹ ਹੈ ਕਿਹੜੀ ਕਿ ਆਪਣੇ ਅੰਦਰੋਂ ਪੰਜਾਂ ਨੂੰ ਕਾਬੂ ਕਰ ਲੈ। ਘਰ ਛੱਡਣ ਦੀ ਲੋੜ ਨਹੀਂ ਹੈ, ਪਰਿਵਾਰ ਛੱਡਣ ਦੀ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਜੇ ਛੱਡਣਾ ਹੈ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ। ਛੱਡਣਾ ਤੇ ਹੰਕਾਰ ਛੱਡ ਦੇ, ਛੱਡਣਾ ਤੇ ਕਾਮ ਕ੍ਰੋਧ ਤੋਂ ਉੱਚਾ ਹੋ ਜਾ, ਛੱਡਣਾ ਤੇ ਨਫ਼ਰਤ ਕਰਨੀ ਬੰਦ ਕਰ ਦੇ। ਜੇ ਤਿਆਗਣਾ ਹੀ ਹੈ ਤੇ ਈਰਖਾ ਤਿਆਗ ਦੇ, ਜੇ ਤਿਆਗਣਾ ਹੀ ਹੈ ਤੇ ਲਾਲਚ ਤਿਆਗ ਦੇ। ਇਹ ਹੈ ਤਿਆਗਣ ਦੀ ਲੋੜ। ਪਰ ਮਨੁੱਖ ਸੋਚਦਾ ਕਿ ਘਰ ਛੱਡਿਆ ਰੱਬ ਮਿਲ ਜਾਏਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਜੋਗ ਜੁਗਤ ਕੀ ਅਹਿ ਪਾਏ। ਜੋਗ ਨੂੰ ਪ੍ਰਾਪਤ ਕਰਨ ਦੀ ਜੁਗਤ ਇਹ ਹੈ, ਰਸਤਾ ਇਹ ਹੈ, ਪੈੜ ਇਹ ਹੈ ਕਿ ਆਪਣੇ ਮਨ ਨੂੰ ਵਿਕਾਰਾਂ ਤੋਂ ਬਚਾ ਕੇ ਟਿਕਾਣੇ ਰੱਖ। ਹਉਮੈ ਪੈਂਖੜ ਤੇਰੇ ਮਨੇ ਮਾਹੇ। ਪਰ ਤੇਰੇ ਮਨ ਉੱਤੇ ਹੰਕਾਰ ਦਾ ਪੈਂਖੜ ਪਿਆ ਹੈ, ਪੈਂਖੜ। ਆ ਪਸ਼ੂਆਂ ਨੂੰ, ਖੋਤੇ ਨੂੰ, ਘੁਮਿਆਰ ਜਿਹੜੇ ਨੇ ਪਿਛਲੀਆਂ ਰਤਾਂ ਨੂੰ ਇੱਕ ਰੱਸਾ ਜਿਹਾ ਬੰਨ ਦਿੰਦੇ ਨੇ, ਉਹਨੂੰ ਪੈਂਖੜ ਕਹਿੰਦੇ ਨੇ, ਤਾਂ ਕਿ ਉਹ ਘੋੜਾ ਜਾਂ ਉਹ ਪਸ਼ੂ ਜਿਹੜਾ ਇੱਧਰ ਉੱਧਰ ਭੱਜੇ ਨਾ। ਸਤਿਗੁਰੂ ਸਾਹਿਬ ਜੀ ਕਹਿੰਦੇ ਤੇਰੇ ਮਨ ਉੱਤੇ ਹੰਕਾਰ ਦਾ ਪੈਂਖੜ ਪਿਆ ਹੋਇਆ। ਹੁਣ ਤੂੰ ਜੰਗਲਾਂ 'ਚ ਵੀ ਚਲੇ ਜਾਏਂਗਾ, ਕੀ ਕਰ ਲੇਗਾ? ਭਗਵੇ ਕੱਪੜੇ ਪਾ ਲੇਗਾ, ਕੀ ਕਰ ਲੇਗਾ? ਸੁਆਹ ਮਾਰ ਲੇਗਾ, ਕੀ ਕਰ ਲੇਗਾ? ਉਹ ਹੰਕਾਰ ਤਾਂ ਤੇਰੇ ਅੰਦਰੋਂ ਗਿਆ ਹੀ ਨਹੀਂ। ਹੰਕਾਰ ਦਾ ਪੈਂਖੜ ਜਿੰਨਾ ਚਿਰ ਨਹੀਂ ਮਿਟਦਾ ਉਹਨਾਂ ਚਿਰ ਤੈਨੂੰ ਜੋਗ ਪ੍ਰਾਪਤ ਨਹੀਂ ਹੋਣਾ। ਇਹ ਹਰ ਨਾ ਚੇਤੇ ਮੂੜੇ ਮੁਕਤ ਜਾਹੇ। ਉਹ ਮੂਰਖਾ ਜਿਸ ਪ੍ਰਮਾਤਮਾ ਦਾ ਸਿਮਰਨ ਕਰਕੇ ਮੁਕਤੀ ਮਿਲਣੀ ਸੀ, ਭਾਵ ਤੋਂ ਦੁੱਖਾਂ ਤੋਂ ਮੁਕਤ ਹੋਣਾ ਸੀ, ਚਿੰਤਾ ਤੋਂ ਮੁਕਤ ਹੋਣਾ ਸੀ, ਔਗਣਾਂ ਤੋਂ ਮੁਕਤ ਹੋਣਾ ਸੀ, ਉਸ ਰੱਬ ਨੂੰ ਤੇ ਤੂੰ ਕਦੀ ਚੇਤੇ ਨਹੀਂ ਕਰਦਾ। ਤੈਨੂੰ ਤੇ ਚੇਤੇ ਆਪਣਾ ਲਿਬਾਸ ਹੈ ਕਿ ਮੇਰੇ ਕੱਪੜੇ ਬੜੇ ਵਧੀਆ ਨੇ, ਇਹੀ ਚੇਤੇ ਹੈ। ਤੈਨੂੰ ਚੇਤੇ ਤੇ ਆਪਣੇ ਬਾਹਰਲੇ ਕਰਮ ਨੇ ਕਿ ਇੰਨੇ ਮੈਂ ਪਾਠ ਕਰ ਲੈਨੇ, ਪਾਠ ਹੀ ਚੇਤੇ ਨੇ, ਇੰਨੇ ਪਾਠ ਕਰ ਲੈਨੇ, 31 ਕਰ ਲੈ, 51 ਕਰ ਲੈ, ਉਸੇ ਗਿਣਤੀ 'ਚ ਮਨ ਲਗਾ ਰਹਿੰਦਾ। ਤੈਨੂੰ ਤੇ ਚੇਤੇ ਕਿ ਮੈਂ ਇੰਨੇ ਵਾਰੀ ਫਲਾਣੇ ਥਾਂ ਤੇ ਯਾਤਰਾ ਕਰ ਆਇਆ, ਮੈਂ ਇੰਨੇ ਥਾਂ ਤੇ ਦਰਸ਼ਨ ਕਰ ਆਇਆ, ਇੰਨੇ ਥਾਂ ਤੇ ਮੈਂ ਇੰਨੇ ਰੋਜ਼ ਮੱਥਾ ਟੇਕਦਾ ਹਾਂ, ਇੰਨੇ ਥਾਂ ਤੇ ਮੈਂ ਇੰਨੇ ਪੈਸੇ ਦਿੰਦਾ। ਇਹ ਕੋਈ ਚੇਤੇ ਹੈ? ਚੇਤੇ ਤੇ ਪ੍ਰਮਾਤਮਾ ਹੋਣਾ ਚਾਹੀਦਾ ਸੀ। ਚੇਤੇ ਵਿੱਚ ਤਾਂ ਵਾਹਿਗੁਰੂ ਦਾ ਨਾਮ ਹੋਣਾ ਚਾਹੀਦਾ ਸੀ, ਪਰ ਤੇਰੇ ਚੇਤੇ 'ਚ ਤਾਂ ਹੋਰ ਹੀ ਕੁਝ ਹੋ ਗਿਆ। ਤੈਨੂੰ ਅਹੰਕਾਰ ਦੀ ਪੈਂਖੜ ਪੈ ਗਈ। ਸਤਿਗੁਰੂ ਸਾਹਿਬ ਜੀ ਕਹਿੰਦੇ ਮਤ ਹਰ ਵਿਸਰੀਏ ਜਮ ਵਸ ਪਾਏ। ਇਹ ਗੱਲ ਚੇਤੇ ਰੱਖੀ, ਮਤਾਂ ਤੋਂ ਪ੍ਰਮਾਤਮਾ ਨੂੰ ਭੁਲਾ ਦੇਵੇਂ। ਜੇ ਪ੍ਰਮਾਤਮਾ ਨੂੰ ਭੁਲਾਏਗਾ ਤੇ ਜਮਾਂ ਦੇ ਵਸ ਵਿੱਚ ਤੇ ਤੂੰ ਪਿਆ ਹੀ ਪਿਆ ਹੈ। ਜਮਾਂ ਦੇ ਵਾਸਤੇ ਤੂੰ ਮੁਕਤ ਨਹੀਂ ਹੋ ਸਕਦਾ। ਸਾਖਤ ਹਰ ਸਾਧ ਨ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੇ ਚੁਬੈ ਦੁਖ ਪਾਵੇਂ ਜਮ ਕਾਲ ਕਹੈ ਸੇ ਸਹਿ ਸਿਰ ਡੰਡਾ ਹੈ। ਸਾਖਤ ਰੱਬ ਨਾਲੋਂ ਟੁੱਟਿਆ ਬੰਦਾ।
ਸਾਖਤ ਉਹ ਨਹੀਂ ਕਿ ਜਿਹੜਾ ਧਰਮ ਸਥਾਨ ਤੇ ਨਹੀਂ ਆਉਂਦਾ। ਸਾਖਤ ਦੀ ਪਹਿਚਾਣ ਇਹ ਨਹੀਂ ਹੈ। ਧਰਮ ਸਥਾਨਾਂ ਤੇ ਬਹੁਤ ਸਾਖਤ ਬੈਠੇ ਹੋਏ, ਸਾਖਤ ਜਿਹੜੇ ਰੱਬ ਨਾਲੋਂ ਟੁੱਟੇ ਹੋਏ, ਜਿਨ੍ਹਾਂ ਨੂੰ ਰੱਬ ਦੇ ਨਾਲ ਪਿਆਰ ਨਹੀਂ, ਜਿਨ੍ਹਾਂ ਦੇ ਅੰਦਰ ਹੰਕਾਰ ਹੈ। ਸਾਖਤ ਹਰ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਜਿਹਦੇ ਅੰਦਰ ਹੰਕਾਰ ਦਾ ਕੰਡਾ ਹੈ, ਜਿਹਨੂੰ ਹਰੀ ਦੇ ਰਸ ਦਾ ਆਨੰਦ ਨਹੀਂ ਆ ਰਿਹਾ, ਨਾਮ ਦਾ ਰਸ ਨਹੀਂ ਆ ਰਿਹਾ, ਨਾਮ ਮਿੱਠਾ ਨਹੀਂ ਲੱਗ ਰਿਹਾ, ਉਹ ਸਾਖਤ ਹੈ। ਤੇ ਉਹ ਸਾਖਤ ਮੇਰੇ ਵਰਗਾ ਚਿੱਟੇ ਕੱਪੜਿਆਂ 'ਚ ਵੀ ਹੋ ਸਕਦਾ ਹੈ, ਜਿਹਨੂੰ ਪੈਸਾ ਹੀ ਚੰਗਾ ਲੱਗਦਾ ਹੈ, ਜਿਹਨੂੰ ਬਾਣੀ ਚੰਗੀ ਨਹੀਂ ਲੱਗਦੀ, ਸੇਵਾ ਚੰਗੀ ਨਹੀਂ ਲੱਗਦੀ, ਉੱਤੇ ਸਾਖਤ ਕਿਸੇ ਵੀ ਰੂਪ 'ਚ ਹੋ ਸਕਦਾ, ਕਿਸੇ ਵੀ ਥਾਂ ਤੇ ਹੋ ਸਕਦਾ। ਧਰਮ ਸਥਾਨਾਂ ਤੇ ਬਹੁਤ ਸਾਖਤ ਮਿਲ ਜਾਣਗੇ ਤੁਹਾਨੂੰ। ਬਾਹਰਲਿਆਂ ਦੀ ਗਿਣਤੀ ਛੱਡੋ, ਧਰਮ ਸਥਾਨਾਂ ਤੇ ਬੈਠੇ ਸਾਖਤਾਂ ਨੂੰ ਗਿਣੋਗੇ ਹੈਰਾਨ ਰਹਿ ਜਾਓ। ਕੱਲ ਪਰਸੋਂ ਮੈਂ ਸੁਣ ਰਿਹਾ ਸੀ, ਇੱਕ ਮੁਸਲਮਾਨ ਵੀਰ ਬੜੀ ਵਧੀਆ ਗੱਲ ਕਰ ਰਿਹਾ ਸੀ, ਅਜਮੇਰ ਸ਼ਰੀਫ ਬੈਠਾ, ਕਹਿਣ ਲੱਗਾ ਕਿ ਅਜਮੇਰ ਸ਼ਰੀਫ ਨੂੰ ਗਰੀਬ ਨਵਾਜ਼ ਕਹਿੰਦੇ ਨੇ ਲੋਕ, ਉਹਨਾਂ ਦੀ ਭਾਵਨਾ ਹੈ, ਆਸਥਾ ਹੈ। ਉਹ ਮੁਸਲਮਾਨ ਹੈ, ਬੜਾ ਵੱਡਾ ਮੌਲਵੀ। ਕਹਿੰਦਾ ਜਿਹੜੇ ਅਜਮੇਰ ਸ਼ਰੀਫ ਤੋਂ ਬਾਹਰ ਬੈਠੇ ਨੇ ਉਹ ਕਿੱਡੀ ਦੂਰ ਤੱਕ, ਉਹ ਵੀ ਲੋਕਾਂ ਨੂੰ ਕਹਿੰਦੇ ਤੁਸੀਂ ਗਰੀਬ ਨਵਾਜ਼ ਦੇ ਦਰ ਤੇ ਆਏ ਹੋ, ਪਰ ਉਹ ਗਰੀਬ ਨਵਾਜ਼ ਤੇ ਭਰੋਸਾ ਨਹੀਂ ਮੰਗਦੇ ਆਉਣ ਵਾਲੇ ਲੋਕਾਂ ਕੋਲੋਂ। ਗਰੀਬ ਨਵਾਜ਼ ਕਹਿ ਕੇ ਉਹਦੇ ਸਾਹਮਣੇ ਬੈਠ ਕੇ ਮੰਗਦੇ ਬਾਹਰੋਂ ਆਏ ਜਾਤੀਆਂ ਕੋਲੋਂ ਨੇ। ਉਹ ਹੁਣ ਕੋਲ ਬੈਠ ਕੇ ਗਰੀਬ ਨਵਾਜ਼ ਦੇ ਮੰਗ ਰਹੇ ਨੇ। ਕੀ ਕਵਾਂਗੇ, ਉਹ ਸੁਜਾਖੇ ਨੇ। ਫਿਰ ਕਹਿੰਦੇ ਜਿਹੜੇ ਅੰਦਰ ਨੇ ਮੇਰੇ ਵਰਗੇ, ਜਿੱਦਾਂ ਅਸੀਂ ਆ ਗੁਰੂ ਦੀ ਹਜ਼ੂਰੀ 'ਚ ਬੈਠੇ, ਉੱਥੇ ਜਿਹੜੇ ਉਹਨਾਂ ਦੇ ਬੈਠੇ ਹੋਣਗੇ, ਕਹਿੰਦਾ ਉਹ ਵੀ ਗਰੀਬ ਨਵਾਜ਼ ਦੇ ਕੋਲ ਰਹਿੰਦੇ ਨੇ, ਲੇਕਿਨ ਉਹਨਾਂ ਨੂੰ ਗਰੀਬ ਨਵਾਜ਼ ਤੇ ਭਰੋਸਾ ਨਹੀਂ। ਉਹ ਦੂਜੇ ਆਇਆਂ ਦੀਆਂ ਜੇਬਾਂ ਖਾਲੀ ਕਰਨਾ ਚਾਹੁੰਦੇ ਨੇ। ਉਹ ਕਹਿੰਦੇ ਤੂੰ ਇੱਧਰ ਦੀ ਆ, ਪੈਸੇ ਲੈ ਕੇ ਉਹਦਾ ਜਲਦੀ ਉਹਦੀ ਕੋਈ ਦੁਆ ਕਰ ਦੇਣਗੇ, ਜਿਵੇਂ ਆਪਾਂ ਦੇਖਦੇ ਆ ਪੈਸੇ ਲੈ ਕੇ ਬਹੁਤੀ ਅਰਦਾਸ ਕਰ ਦੇਣਗੇ, ਇੱਥੇ ਕਰ ਦੇਣਗੇ। ਲੋਕ ਕੇ ਕਰੀ ਜਾਂਦੇ ਅਰਦਾਸਾਂ, ਕਦੀ ਤੁਸੀਂ ਜਾਓ ਨਾ, ਲੋਕ ਕੇ ਮੁੱਠ 'ਚ ਪੈਸੇ ਲੈ ਕੇ ਕਰੀ ਜਾਣਗੇ, ਉਹਨਾਂ ਨੂੰ ਭਰੋਸਾ ਨਹੀਂ। ਗਰੀਬ ਨਵਾਜ਼ ਦੇ ਕੋਲ ਲੈ ਕੇ ਪੈਸੇ ਦੀ ਆਸ ਦੂਜਿਆਂ ਕੋਲ ਹੈ ਕਿ ਜਿਹੜੇ ਬਾਹਰੋਂ ਆਏ ਉਹਨਾਂ ਦੀ ਜੇਬ ਕੱਟ ਲਓ ਤੁਸੀਂ। ਇਸ ਕਰਕੇ ਸਾਖਤ ਇਹ ਨਹੀਂ ਕਿ ਬਾਹਰ ਬੈਠੇ ਹੋਏ, ਸਾਖਤ ਇਹ ਨਹੀਂ ਹੈ ਕਿ ਜਿਹੜਾ ਧਰਮ ਨਾਲ ਨਹੀਂ ਜੁੜਿਆ ਉਹ ਸਾਖਤ ਹੈ। ਸਾਖਤ ਹੋਏ ਜਿਹਦੇ ਅੰਦਰ ਰੱਬ ਦਾ ਰਸ ਨਹੀਂ ਹੈ। ਸਾਖਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਜਿਹਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਹੰਕਾਰ ਹੈ, ਜਿਹਨੂੰ ਗਿਆਨ ਦਾ ਹੰਕਾਰ ਹੈ, ਜਿਹਨੂੰ ਰੱਬ ਦੇ ਸਿਮਰਨ ਦਾ ਹੰਕਾਰ ਹੈ, ਜਿਹਨੂੰ ਰਿਧੀਆਂ ਸਿੱਧੀਆਂ ਦਾ ਹੰਕਾਰ ਹੈ, ਜਿਹਨੂੰ ਨਾਮ ਦਾ ਰਸ ਨਹੀਂ ਆ ਰਿਹਾ, ਕਿਸੇ ਵੀ ਹੰਕਾਰ ਕਰਕੇ ਉਹ ਬੰਦਾ ਸਾਖਤ ਹੈ। ਸਤਿਗੁਰੂ ਜੀ ਕਹਿੰਦੇ ਤੂੰ ਜਮਾਂ ਦੇ ਵਾਸਤੇ ਪਿਆਈ ਹੋਏ, ਰੱਬ ਨੂੰ ਭੁਲਾਇਆ ਹੈ, ਚੇਤੇ ਰੱਖੀ ਤੂੰ ਜਮਾਂ ਦੇ ਵਾਸਤੇ ਪਿਆ ਹੋਇਆ। ਅੰਤ ਕਾਲ ਮੂੜੇ ਚੋਟ ਖਾਹੇ, ਉਹ ਮੂਰਖਾ ਜਦੋਂ ਤੂੰ ਆਤਮਿਕ ਮੌਤੇ ਮਰੇਗਾ ਨਾ, ਅੰਤ ਕਾਲ ਦਾ ਅਰਥ ਇਸ ਸਰੀਰ ਛੱਡਣ ਤੋਂ ਬਾਅਦ ਨਹੀਂ ਹੈ, ਉਹ ਤੇ ਸਾਰਿਆਂ ਦੇ ਹੋਣੇ। ਅੰਤ ਕਾਲ ਦਾ ਜਦੋਂ ਅੰਦਰੋਂ ਤੇਰੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਜਦੋਂ ਅੰਦਰੋਂ ਤੂੰ ਮਰ ਜਾਂਦਾ ਹੈ, ਰੱਬ ਨਾਲੋਂ ਟੁੱਟ ਜਾਂਦਾ ਹੈ, ਉਦੋਂ ਤੂੰ ਜਮਾਂ ਦੀਆਂ ਚੋਟਾਂ ਖਾਏਂਗਾ। ਉਹ ਜਮਾਂ ਦੀਆਂ ਚੋਟਾਂ ਤੇ ਅਸੀਂ ਜਿਉਂਦੇ ਜੀ ਬੜੀਆਂ ਖਾਈ ਜਾ ਰਹੇ ਹਾਂ। ਮਰਨ ਤੋਂ ਬਾਅਦ ਕੀ ਵਾਪਰਦਾ ਹੈ ਅੱਜ ਤੱਕ ਕਿਸੇ ਨੇ ਆ ਕੇ ਦੱਸਿਆ ਨਹੀਂ ਹੈ। ਜੇ ਤੁਹਾਨੂੰ ਦੱਸਿਆ ਹੋਏ ਤਾਂ ਦੱਸੋ ਕਿ ਮੇਰਾ ਫਲਾਣਾ ਰਿਸ਼ਤੇਦਾਰ ਗਿਆ, ਉਹਨੇ ਕਿਹਾ ਮਰਨ ਤੋਂ ਬਾਅਦ ਮੈਨੂੰ ਇਦਾਂ ਕੁੱਟਿਆ, ਇਦਾਂ ਮਾਰਿਆ। ਕਿਹਨੂੰ ਕੁੱਟਿਆ ਜਾਏਗਾ? ਸਰੀਰ ਤਾਂ ਇੱਥੇ ਰਹਿ ਜਾਂਦਾ, ਸਰੀਰ ਇੱਥੇ ਰਹਿ ਜਾਂਦਾ, ਆਤਮਾ ਪ੍ਰਮਾਤਮਾ 'ਚ ਲੀਨ ਹੋ ਜਾਂਦੀ, ਮਿੱਟੀ ਮਿੱਟੀ ਵਿੱਚ ਸਮਾ ਜਾਂਦੀ ਹੈ। ਕਿਹਨੂੰ ਕੁੱਟਿਆ ਜਾਂਦਾ ਜੀ ਮਰਨ ਤੋਂ ਬਾਅਦ? ਕਿਹੜੀ ਚੀਜ਼ ਹੈ ਜਿਹਨੂੰ ਕੁੱਟਿਆ ਜਾਂਦਾ? ਜਮਾਂ ਦੀਆਂ ਚੋਟਾਂ ਤੇ ਬੰਦਾ ਹੁਣ ਖਾ ਰਿਹਾ ਹੈ। ਆ ਜਿਹੜੀ ਚਿੰਤਾ ਹੈ ਨਾ, ਇਹ ਬੜੀ ਤਗੜੀ ਚੋਟ ਹੈ। ਜਿਹੜਾ ਹੰਕਾਰ ਹੈ, ਇਹ ਜਿਹੜੇ ਵਿਕਾਰਾਂ ਨਾਲ ਅਸੀਂ ਪੀੜਤ ਹੁੰਦੇ ਆ, ਜਿਨ੍ਹਾਂ ਫਿਕਰਾਂ ਨਾਲ ਅੰਦਰ ਅਸੀਂ ਦੁਖੀ ਹੁੰਦੇ, ਇਹੀ ਤੇ ਜਮਾਂ ਦੀਆਂ ਚੋਟਾਂ ਨੇ। ਇਹ ਹੁਣ ਅਸੀਂ ਖਾਈ ਜਾ ਰਹੇ ਹਾਂ। ਜਦੋਂ ਅਸੀਂ ਪ੍ਰਮਾਤਮਾ ਨਾਲ ਟੁੱਟ ਜਾਵਾਂਗੇ, ਸਤਿਗੁਰੂ ਜੀ ਕਹਿੰਦੇ ਅੰਤ ਕਾਲ ਮੂੜੇ ਚੋਟ ਖਾਏ। ਆਖਰ ਬੰਦਿਆ ਤੂੰ ਚੋਟਾਂ ਖਾਏਗਾ, ਜਮਾਂ ਦੀਆਂ ਠੋਕਰਾਂ ਖਾਏਗਾ, ਤੂੰ ਦੁਖੀ ਹੋਏਗਾ। ਗੁਰ ਸ਼ਬਦ ਵਿਚਾਰੇ ਆਪ ਜਾਏ। ਉਹ ਭਾਈ ਗੁਰੂ ਕੋਲ ਜਾ ਕੇ ਗੁਰੂ ਕੇ ਸ਼ਬਦ ਦੀ ਵਿਚਾਰ ਕਰ, ਗੁਰੂ ਕੇ ਸ਼ਬਦ ਦੀ ਰੋਸ਼ਨੀ ਵਿੱਚ ਜ਼ਿੰਦਗੀ ਬਤੀਤ ਕਰ। ਸਤਿਗੁਰੂ ਕਹਿੰਦੇ ਉਹਦੇ ਕਾਰਨ ਤੁਸੀਂ ਲੋਕ, ਤੁਸੀਂ ਲੋਕ ਕਹਿੰਦੇ ਅਸੀਂ ਕਿਵੇਂ? ਕਹਿਣਗੇ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਤੁਹਾਡੇ ਵਰਗੇ ਸਿਆਣੇ ਲੋਕ ਤੇ ਪਹਾੜਾਂ 'ਚ ਲੁਕ ਗਏ ਆ ਕੇ, ਜੀ ਅਸੀਂ ਦੁਨੀਆ 'ਚੋਂ ਕੀ ਲੈਣਾ, ਅਸੀਂ ਤੇ ਰੱਬ ਦਾ ਨਾਮ ਜਪਣਾ, ਅਸੀਂ ਤੇ ਬੰਦਗੀ ਕਰਨੀ ਹੈ। ਇਹ ਤੁਹਾਡੇ ਕਰਕੇ ਹੋ ਰਿਹਾ। ਜਿਹੜਾ ਕਹਿੰਦਾ ਮੈਂ ਧਰਮੀ, ਜੇ ਉਹ ਲੁਕ ਕੇ ਬੈਠ ਜਾਏਗਾ ਤੇ ਧਰਮ ਹੀ ਕਾਹਦਾ ਜੇ ਲੁਕ ਕੇ ਬੈਠ ਗਿਆ? ਧਰਮ ਹੈ ਗਰੀਬਾਂ ਦੀ ਮਦਦ ਕਰਨਾ,
परमात्मा की है। गरीब नवाज गुसैया मेरा, माथे छतर धरे, जाके छोट जगत को लागे, ता पर तू ही डरै, नीचा ऊंच करे मेरा गोविंद, काहू ते ना डरै। ये है परमात्मा का सुभाव। हुण गल कोई कहे कि मैं परमात्मा की बंदगी करदा ते गरीब की बांह ना फड़े, गरीबां नूं कहे तू इत्थे आ ही नहीं सकदे, तुहानूं इत्थे वड़न दे लई थां नहीं, तुसीं ते दलित हो, तुहानूं वड़न दी थां नहीं, ਉਹਨੂੰ ਤੁਸੀਂ ਧਾਰਮਿਕ ਕਹੋਗੇ। ਤੁਸੀਂ ਉਹ ਤੇ ਧਰਮ ਦੇ ਨਾਂ ਤੇ ਅੰਨੇ ਕਰਮ ਕਰਿਆ, ਅੰਨਾ ਉਹਨਾਂ ਲੋਕਾਂ ਨੂੰ ਕੀਆ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬੰਦਿਆ ਤੂੰ ਜੇ ਜੋਗੀ ਬਣਨਾ ਚਾਹੁੰਦਾ, ਜੋਗ ਪ੍ਰਾਪਤ ਕਰਨਾ ਚਾਹੁੰਦਾ, ਪ੍ਰਮਾਤਮਾ ਦੇ ਪਿਆਰ ਜੋੜਨਾ ਚਾਹੁੰਦਾ, ਉਦੋਂ ਜੁੜੇਗਾ ਜਦੋਂ ਤੇਰੇ ਅੰਦਰ ਸੱਚ ਵਸ ਜਾਏਗਾ। ਸੱਚ ਬੋਲੇਗਾ, ਸੱਚ ਸੁਣੇਗਾ, ਸੱਚ ਦੇਖੇਗਾ, ਸੱਚ ਦੀ ਕੀਰਤ ਕਰੇਗਾ, ਸੱਚ ਦਾ ਸਾਥ ਦੇਵੇਗਾ। ਅੱਜ ਤੇ ਸੱਚ ਬੋਲਣ ਵਾਲੇ ਵਿਚਾਰੇ ਇਕੱਲੇ ਕੁੱਤੀ ਦੇ ਨੇ ਵਿਚਾਰੇ, ਉਹਨਾਂ ਦਾ ਸਾਥ ਹੀ ਕੋਈ ਨਹੀਂ ਦਿੰਦਾ, ਕਹਿੰਦੇ ਆਪਾਂ ਕੀ ਲੈਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਚ ਜੋਗ ਮਨ ਵਸੈ ਆਏ, ਜਦੋਂ ਤੇਰੇ ਅੰਦਰ ਸੱਚ ਵਸ ਗਿਆ ਤੂੰ ਉਦੋਂ ਜੋਗੀ ਗਿਣਿਆ ਜਾਏਗਾ। ਜਿਨ ਜੀਓ ਪਿੰਡ ਦਿੱਤਾ ਤੇ ਚੇਤੈ ਨਾਹੀਂ, ਉਹ ਭਾਈ ਜਿਸ ਪ੍ਰਮਾਤਮਾ ਨੇ ਤੈਨੂੰ ਸਰੀਰ ਦਿੱਤਾ, ਜਿਸ ਪ੍ਰਮਾਤਮਾ ਨੇ ਤੇਰੇ ਅੰਦਰ ਜਿੰਦ ਪਾਈ ਹੈ, ਪ੍ਰਾਣ ਪਾਏ ਨੇ, ਤੂੰ ਉਹਨੂੰ ਕਦੀ ਯਾਦ ਹੀ ਨਹੀਂ ਕੀਤਾ, ਤੂੰ ਉਹਨੂੰ ਅਦੀ ਚੇਤੇ ਨਹੀਂ ਕੀਤਾ। ਜੀਓ ਪਿੰਡ ਦਿਨ ਸਾਜਿਆ ਦਿੱਤਾ ਪਹਿਨਣ ਖਾਣ। ਸਤਿਗੁਰੂ ਸਾਹਿਬ ਜੀ ਕਹਿੰਦੇ ਮੜੀ ਮਸਾਣੀ ਜੋਗ ਨਾਹੀਂ, ਉਹ ਐਵੇਂ ਮੜੀਆਂ 'ਚ ਬੈਠਿਆ ਰੱਬ ਨਹੀਂ ਮਿਲਣਾ। ਮਸਾਣਾ 'ਚ ਬੈਠ ਕੇ ਸਰੀਰ ਤੇ ਸੁਆਹ ਮਲਿਆ ਕੋਈ ਜੋਗੀ ਨਹੀਂ ਤੂੰ ਬਣ ਜਾਣਾ, ਰੱਬ ਦੇ ਨਾਲ ਨਹੀਂ ਜੁੜ ਜਾਣਾ। ਜੋਗੀ ਬਣਨਾ ਤੇ ਪਰਮਾਤਮਾ ਦਾ ਸਿਮਰਨ ਕਰਿਆ ਕਰ। ਜੋਗੀ ਬਣਨਾ ਤੇ परमात्मा ਦੇ ਪਿਆਰ ਜੁੜ ਕੇ ਦੁਨੀਆ ਦੀ ਮੋਹ ਮਾਇਆ ਤੋਂ ਉੱਚਾ ਉੱਠ ਜਾ। ਜੋਗੀ ਬਣਨਾ ਤੂੰ ਘਰੇ ਬੈਠਾ ਜੋਗੀ ਬਣ ਸਕਦਾ। ਨਾਨਕ ਘਰ ਬੈਠੇ ਜੋਗ ਪਾਈਏ, ਸਤਿਗੁਰ ਕਹਿ ਉਪਦੇਸ਼, ਗੁਰੂ ਕੇ ਉਪਦੇਸ਼ ਸੁਣਾਈ, ਤੂੰ ਘਰੇ ਬੈਠਾ ਹੀ ਜੋਗੀ ਬਣ ਸਕਦਾ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਹ ਪਾਈ। ਅੰਜਨ ਦਾ ਅਰਥ ਹੁੰਦਾ ਕਾਲਕ। ਆ ਜਿਹਨੂੰ ਕਹਿੰਦੇ ਜੀ ਮਾਇਆ ਤਾਂ ਕਾਲਕ ਹੈ। ਸਤਿਗੁਰੂ ਜੀ ਕਹਿੰਦੇ ਮਾਇਆ 'ਚ ਰਹਿ ਕੇ, ਦੁਨੀਆ 'ਚ ਰਹਿ ਕੇ, ਪਰਿਵਾਰ 'ਚ ਰਹਿ ਕੇ ਜਦੋਂ ਤੂੰ ਨਿਰਲੇਪ ਹੋ ਜਾਏਗਾ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਏਗਾ, ਮਾਇਆ ਆਦਿ ਤੈਨੂੰ ਹੰਕਾਰ ਨਹੀਂ ਆਏਗਾ, ਚਲੇਗੀ, ਤੂੰ ਦੁਖੀ ਨਹੀਂ ਹੋਏਗਾ, ਫਿਰ ਤੂੰ ਜੋਗੀ ਗਿਣਿਆ ਜਾਏਗਾ। ਘਰ ਛੱਡ ਕੇ ਜੋਗੀ ਨਹੀਂ ਹੈ। ਮੜੀ ਮਸਾਣੀ ਮੂੜੇ ਜੋਗ ਨਾ ਹੈ। ਸਤਿਗੁਰੂ ਜੀ ਕਹਿੰਦੇ ਮੜੀਆਂ ਮਸਾਣਾ ਵਿੱਚ ਜੋਗ ਨਹੀਂ ਹੈ। ਇੱਥੇ ਬੈਠ ਕੇ ਤੂੰ ਜੋਗੀ ਨਹੀਂ ਬਣ ਸਕਦਾ। ਗੁਣ ਨਾਨਕ ਬੋਲੇ ਭਲੀ ਬਾਣ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਅਖੀਰਲੇ ਬਚਨ ਨੇ। ਸਤਿਗੁਰੂ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਮਤ ਭਸਮ ਅੰਧਲੇ ਗਰਭ ਜਾਏ। ਉਹ ਐਵੇਂ ਸਰੀਰ ਤੇ ਸੁਆਹ ਮਲ ਕੇ ਹੰਕਾਰ ਨਾ ਕਰੀ ਜਾਈ। ਅੰਨਿਆ ਇਹ ਅੰਨਿਆ ਸਰੀਰ ਤੇ ਹੰਕਾਰ ਮਾਰ ਕੇ ਹੰਕਾਰ ਨਾ ਕਰੀ ਕਿ ਮੈਂ ਜੋਗੀ ਬਣ ਗਿਆ। ਅੰਨੇ ਦਾ ਅਰਥ ਹੈ ਜਿਹੜਾ ਕਿਸੇ ਵੀ ਚੀਜ਼ ਦਾ ਹੰਕਾਰ ਕਰਦਾ ਹੈ, ਭਾਵੇਂ ਦੌਲਤ ਦਾ ਹੈ, ਭਾਵੇਂ ਬਾਹਰਲੇ ਧਰਮ ਕਰਮ ਦਾ ਹੈ, ਕਿਸੇ ਭੇਖ ਦਾ ਹੈ, ਕਿਸੇ ਰੁਤਬੇ ਦਾ ਹੈ, ਕਿਉਂਕਿ ਇਹ ਸਭ ਕੁਝ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ। ਹੁਣ ਜਿਸ ਪ੍ਰਮਾਤਮਾ ਨੇ ਦਿੱਤਾ ਉਹਨੂੰ ਅਸੀਂ ਜਾਣਦੇ ਨਹੀਂ ਆ ਤੇ ਅੰਨੇ ਤੇ ਅਸੀਂ ਬਣ ਹੀ ਗਏ ਨਾ। ਕਿ ਦੇਖੋ ਸਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਵਾਹਿਗੁਰੂ ਸਾਨੂੰ ਬਖਸ਼ ਰਿਹਾ ਹੈ, ਪਰ ਸਾਨੂੰ ਨਜ਼ਰ ਨਹੀਂ ਆ ਰਿਹਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬੰਦਿਆ ਉਸ ਪਰਮਾਤਮਾ ਨਾਲੋਂ ਟੁੱਟ ਗਿਆ। ਪਰਮਾਤਮਾ ਦੇ ਨਾਮ ਨੇ ਤੇਰੇ ਕੰਮ ਆਉਣਾ, ਕਿਸੇ ਭੇਖ ਨੇ ਕੰਮ ਨਹੀਂ ਆਉਣਾ, ਕਿਸੇ ਰੁਤਬੇ ਨੇ ਕੰਮ ਨਹੀਂ ਆਉਣਾ, ਕਿਸੇ ਦੌਲਤ ਨੇ ਜਾਂ ਰਿਸ਼ਤੇਦਾਰ ਨੇ ਕੰਮ ਨਹੀਂ ਆਉਣਾ। ਤੇ ਤੈਨੂੰ ਹੰਕਾਰ ਦਾ ਪੈਂਖੜ ਪੈ ਗਿਆ, ਇਹਦੇ ਤੋਂ ਮੁਕਤ ਹੋਣਾ ਤੇ ਗੁਰ ਸ਼ਬਦ ਦੀ ਵਿਚਾਰ ਕਰ। ਗੁਰੂ ਕੇ ਸ਼ਬਦ ਨੇ ਆਪਣੀ ਜ਼ਿੰਦਗੀ ਅੰਦਰ ਸੱਚ ਦਾ ਧਾਰਨੀ ਬਣ। ਸਤਿਗੁਰੂ ਜੀ ਨੇ ਅਖੀਰ ਤੇ ਇਹ ਗੱਲ ਕਹਿ ਕਿ ਮੜੀ ਮਸਾਣੀ ਮੂੜੇ ਜੋਗ ਨਾਹੀਂ। ਮੜੀਆਂ ਵਿੱਚ ਮਸਾਣਾ ਵਿੱਚ ਬੈਠ ਕੇ ਤੂੰ ਜੋਗੀ ਨਹੀਂ ਬਣ ਸਕਦਾ। ਗੁਣ ਨਾਨਕ ਬੋਲੇ ਭਲੀ ਬਾਣ। ਨਾਨਕ ਗੁਣਾਂ ਵਾਲੀ ਬਾਣੀ। ਗੁਣਾਂ ਦਾ ਅਰਥ ਹੈ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਵਾਲੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਦੱਸ ਰਿਹਾ ਹੈ। ਤੁਮ ਹੋ ਸੁਜਾਖੇ ਲਿਓ ਪਛਾਣ। ਉਹ ਇਹ ਹੈ ਕਿ ਗੁਰੂ ਕੋਲ ਆ ਕੇ ਤੁਸੀਂ ਸੁਰਤ ਦੇ ਨੇਤਰ, ਗਿਆਨ ਦੇ ਨੇਤਰ ਪ੍ਰਾਪਤ ਕਰ ਲਓ, ਸੁਜਾਖੀ ਹੋ ਜਾਓ, ਅੱਖਾਂ ਵਾਲੇ ਬਣ ਜਾਓ। ਫਿਰ ਤੁਸੀਂ ਪ੍ਰਮਾਤਮਾ ਨੂੰ ਪਛਾਣ ਲਓਗੇ, ਫਿਰ ਤੁਸੀਂ ਪ੍ਰਮਾਤਮਾ ਨੂੰ ਦੇਖ ਲਓਗੇ, ਪ੍ਰਮਾਤਮਾ ਨਾਲ ਜੁੜ ਜਾਓ। ਜੋਗ ਦਾ ਅਰਥ ਹੁੰਦਾ ਹੈ ਜੁੜਨਾ, ਤੇ ਜੁੜਨਾ ਕੋ ਘਰ ਛੱਡ ਕੇ ਨਹੀਂ ਹੈ ਜਾਂ ਭੇਖ ਰਾਹੀਂ ਨਹੀਂ, ਜੁੜਨਾ ਗਿਆਨ ਦੇ ਰਾਹੀਂ। ਉਹ ਗਿਆਨ ਗੁਰੂ ਪਾਸੋਂ ਮਿਲਣਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਗਿਆਨ ਦਿੰਦੀ ਹੈ, ਪ੍ਰਮਾਤਮਾ ਦੇ ਪਿਆਰ ਵਿੱਚ ਲਿਵਲੀਨ ਕਰਦੀ ਹੈ।
सतगुरु गुरु नानक साहब जी महाराज ने गल धार्मिक लोगों की करके कि जोगी कहे जोग पल मीठा, कि जोगी कहंदा जोग ही सब तो वड्डा है, अवर ना दूजा भाई, रुंडत मुंडत एक है शब्दी, एक कहें सिद्ध पाई, रोडे भोडे कहंदे कि असीं सिद्धि प्राप्त कर ली है। कोई एक मंत्र जपण वाला भावें किसी भी नाम दा मंत्र जपदा, एक मंत्र जपण वाला एक शब्द जिहड़ा कहंदे कि ऐ जपांगे ते रब मिल जाएगा। अवधूत लोग कहंदे अलख लख करो, एक शब्द लिव लाई, वो कहंदे कि एक शब्द दे राही सानू एक शब्द दी इदां सानू जिहड़ियां सिद्धियां मिलदियां ने। सतगुरु साहब जी कहंदे अंधे कहां विसारियो राम नाम, तू उस परमात्मा नू हर बिन भरम भुलाने अंधा, परमात्मा दे नाम नालों टुट गया जिहड़ा भी बंदा वो अन्ना है। हर बिन भरम भुलाने अंधा, भावें वो जोगी है भावें वो कोई है। इत्थे बस नहीं पंडित गुणी सूर हम दाते, ये कई बड़ा हम ही बड़े बड़े विद्वान जिहड़े कहंदे ने कि सानू ज्ञान पर रब नालों टुटे हुए ने, सूरमे जिहड़े कहंदे सी बड़े बलवान रब नालों टुटे हुए ने। जां कोई दाता किसी नू चीज़ां देने वाला कहे कि मैं ही सब कुछ जाऊं, वो रब नालों टुटे, वो भी अन्ना ही है। सतगुरु साहब जी कहंदे ने कि जे सुजागे होने ते सुजागे होने दा तरीका है गुण नानक भोले बोले भली बाण, नानक तुहानू गुणा वाली एक सब तो उत्तम गल दसदा है, परमात्मा दी सिफत सलाह वाली गल दसदा है। वो है कि गुरु शब्द विचारे आप जाए, गुरु कोल जाके शब्द दी विचार करो, सच नाल जुड़ जाओ, तुम हो सुजाके लिहो पछाण, तुसी सुजाके बन जाओगे, अखां वाले बन जाओगे। ये अखां निरंकार नू नहीं संसार नू देखण लई नहीं, ये अखां दी लोड़ है, इन्हां तो बिना भी असीं दुनिया च चल नहीं सकदे। पर ये अखां दे नाल ते असीं कुछ सिखना सी। अखियो तकना बाण तुहाडी, कौन कहे तुसी तको ना, अखां दा काम है देखना, पर अखां नू किन किया कि ना देखो। देखो जगत तमाशा जम जम तको, तकदियां थको ना। दुनिया नू देखो तुसी जी भर के देखो, पर इस तकदियां एक गल चेते रखियो, मैलियां मूल ना होयो जे, सौ प्रीतम दे अमृत फल नू जहर बना के चखो ना। ये तकदियां तुसी अमृत नू देखना है, ये रब दे बनाए हुए अमृत फल नू जहर नहीं बन देना, इथों जहर नहीं देखनी। ये नेत्र मेरो हर तुम में जो तरी, हर बिन अवरना देखो कोई। मनुख अन्ना हुंदा कदों जदों दे ते माया दा प्रभाव पैंदा। माया दा अर्थ की है? जिस चीज नाल जुड़ के भी असीं रब नाल टुटदे। ये माया जे तार विसरे मोह उपजे भाओ दूजा लाया। कदों बनदा बंदा माया धारी अत अन्ना बोला, जदों माया की धार ही उहदे ते पै जांदी है कि मैं बड़ा ज्ञानवान हाँ, मैं बड़ा वड्डा हाँ, मैं बड़ा अमीर हाँ, मैं बड़ा सियाणा हाँ, मैं बड़ा धर्मी, मैं धर्मी होना भी माया, मैं बड़ा धर्मी हाँ, मैं बड़ा दाता हाँ। माया धारीदार चाहिए कि जिहदे कोल दौलत है। दौलत होना माड़ी गल नहीं, तुसीं किरत करके कमा रहे हो तो चंगी गल है। दौलत ते गुरु साहब जी दे कोल भी सी। जे गुरु साहब सोने दीयां चीज़ां वरतदे ने ते दौलत नाल ही आउंदियां, कोई मुफ्त थोड़ा आउंदियां ने। गुरु के सिख बड़े बड़े दौलतमंद होए ने, बड़े बड़े तगड़े व्यापारी होए ने। दौलत गुजरान है, दौलत कमाउण दा सानू हक है, लेकिन माया धारीदार है जिहदी सुरत विच कुछ वस गया ते रब नालों टुट गया। जे कोई कहे कि मैं बड़ा विद्वान हूं, भी माया धारी है, रब नालों टुट के विरवता दा हंकार आ गया। कोई कि मैं बड़ा धर्मी हाँ, रब नालों टुट गया, वो भी माया धारी। ये माया जित हर विसरै मोह जे भाओ दूजा लाए। जदों माया धारी हुंदा उदों अन्ना बोला हुंदा है। सतगुरु जी कहंदे जे इस माया के प्रभाव तो मुक्त होना है, गुरु के शब्द की विचार करो। जंगलों च बैठ के नहीं, मड़ियां च बैठ के नहीं, शरीर ते सुआ मलिया या होर कोई धर्म कर्म कीतियां नहीं। इको एक तरीका है कि गुरु के शब्द राही परमात्मा की सिफत सलाह करो। जो जो परमात्मा की सिफत सलाह करोगे तो तुम हो सुजाके लिहो पछाण, तुसीं सुजाके हुंदे जाओगे, तुहानूं नेत्रां दी रोशनी मिलती जाएगी। पै के चरण कर भाव के लोण सुरत करे। वाहिगुरु के प्रति अदब आएगा। जो जो गुरु के वचन सुनोगे, गुरु के वचन राही परमात्मा की वडियाई सुनोगे, परमात्मा के प्रति श्रद्धा बनती जाएगी। और इत्थे बस नहीं, पै के चरण कर भाव के परमात्मा नाल प्यार बनता जाएगा। ये समझो हाथ नहीं, लोहन सुरत करे।
ਸੁਰਤ ਰੱਬ ਵਾਲੇ ਬੰਨੇ ਜਾਗਦੀ ਜਾਏਗੀ, ਸੁਚੇਤ ਹੁੰਦੀ ਜਾਏਗੀ, ਸਾਵਧਾਨ ਹੁੰਦੀ ਜਾਏਗੀ। ਕਿ ਸਰੀਰ ਕਰਕੇ ਅਸੀਂ ਜਾਗਦੇ, ਸੁਰਤ ਕਰਕੇ ਸੁੱਤੇ ਹੁੰਦੇ। ਕਿਸੇ ਨੂੰ ਗੱਲਬਾਤ ਸੁਣਾਈ ਹੈ, ਉਹ ਧਿਆਨ ਨਾਲ ਦੇ ਆਪਾਂ ਕਹਿੰਦੇ ਸੁੱਤਾ ਹੈ, ਕਿੱਧਰ ਗਿਆ। ਬੰਦਾ ਕਈ ਵਾਰੀ ਸੁੱਤਾ ਹੀ ਹੁੰਦਾ, ਕਈ ਕੁਝ ਬੋਲਦੇ ਨੇ ਸੁਣਦਾ ਹੀ ਨਹੀਂ, ਸੁੱਤਾ ਹੁੰਦਾ। ਉਹ ਸੁਰਤ ਨੂੰ ਜਗਾਉਣਾ ਜਾਗਣਾ ਹੈ, ਉਹ ਨੇਤਰ ਨੇ, ਸੁਰਤ ਦੇ ਨੇਤਰ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਉਹਨਾਂ ਦੀ ਕਰਕੇ ਜਿਹੜੇ ਪ੍ਰਮਾਤਮਾ ਨਾਲੋਂ ਟੁੱਟ ਕੇ, ਕਿਸੇ ਵੀ ਕਾਰਨ ਕਰਕੇ ਟੁੱਟ ਗਏ, ਭਾਵੇਂ ਧਰਮ ਦੇ ਭੇਖ ਕਰਕੇ, ਭਾਵੇਂ ਦੁਨੀਆ ਦੇ ਧਨ ਕਰਕੇ, ਭਾਵੇਂ ਕਿਸੇ ਵੀ ਹੰਕਾਰ ਕਰਕੇ, ਭਾਵੇਂ ਗ੍ਰਸਤੀ ਜੇ ਧਨ ਦੌਲਤ ਦਾ ਹੰਕਾਰ ਕਰਦਾ ਤੇ ਉਹਨੂੰ ਵੀ ਸਤਿਗੁਰੂ ਜੀ ਨੇ ਉਸੇ ਕੈਟਾਗਰੀ ਚ ਲਿਆ। ਜੇ ਇੱਕ ਤਿਆਗੀ ਤਿਆਗ ਦਾ ਹੰਕਾਰ ਕਰਦਾ ਤੇ ਉਹਨੂੰ ਵੀ ਉਸੇ ਕੈਟਾਗਰੀ ਚ ਲਿਆ। ਫਿਰ ਗੱਲ ਕਹੀ ਹੈ ਕਿ ਗੁਰੂ ਕੋਲ ਆ ਕੇ ਸੁਜਾਖੇ ਹੋ ਜਾਓ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਗੁਰੂ ਗਿਆਨ ਦਾ ਅੰਜਨ ਦਿੰਦਾ ਤੇ ਮੋਹ ਸੁਜਾਖੇ ਲਿਓ ਪਛਾਣ। ਗੁਰੂ ਦੇ ਇਸ ਅੰਜਨ ਦੇ ਰਾਹੀਂ ਸੁਜਾਖੇ ਅੱਖਾਂ ਵਾਲੇ ਬਣ ਕੇ ਪਰਮਾਤਮਾ ਨੂੰ ਲੱਭ ਲਓ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਡੇ ਹਿਰਦਿਆਂ ਚ ਵਸਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਗਰੀਬ ਨਿਵਾਸ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰਥ ਕਰਨ। ਪਿਆਰ ਸਦ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।